आप लिहो तुम कथा सुधारी। सतनाम श्री वाहिगुरु साहिब जी। दोहरा संस्कृत तुमरी जो है रति महारथ दोए। चह सहाय रन महल रहा एक मह शक्त ना होए। वाहिगुरु जी का खालसा वाहिगुरु जी की फतेह। सतगुਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਸੰਧਿਆ ਦੇ ਦੀਵਾਨਾਂ ਵਿੱਚ ਆਪ ਜੀ ਨੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ, ਸਤਿਗੁਰਾਂ ਦੀ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰੀਏ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਇੱਕ ਬ੍ਰਾਹਮਣ ਨੂੰ ਉਪਦੇਸ਼ ਦੇ ਰਹੇ ਸਨ। ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੈ ਰਾਮ ਨਹੀਂ ਪੂਰਨ ਰਹਿਤ। ਉਪਦੇਸ਼ ਕਰੈ ਕਰ ਲੋਕ ਦ੍ਰਿੜਾਵੈ, ਆਪਣਾ ਕਹਿਆ ਆਪ ਨਾ ਕਮਾਵੈ। ਉਸ ਪੰਡਤ ਨੂੰ ਜੋ ਉਪਦੇਸ਼ ਦਿੱਤਾ ਉਹ ਕਹਿਣ ਲੱਗਾ, ਜੀ ਇਹ ਜੋ ਤੁਹਾਡੀ ਬਾਣੀ ਹੈ ਇਹ ਪੰਜਾਬੀ ਭਾਸ਼ਾ ਵਿੱਚ ਹੈ, ਆਮ ਬੋਲੀ ਵਿੱਚ ਹੈ। ਅਸੀਂ ਤਾਂ ਸੰਸਕ੍ਰਿਤ ਨੂੰ ਮੰਨਦੇ ਹਾਂ ਜੋ ਦੇਵ ਭਾਸ਼ਾ ਹੈ। ਤੁਹਾਡੇ ਗੁਰੂ ਨਾਨਕ ਦੇਵ ਜੀ ਨੇ ਸੰਸਕ੍ਰਿਤ ਵਿੱਚ ਬਾਣੀ ਕਿਉਂ ਨਹੀਂ ਉਚਾਰੀ, ਆਮ ਬੋਲੀ 'ਚ ਕਿਉਂ ਉਚਾਰੀ ਹੈ? ਇਹ ਸੁਣ ਕੇ ਸਤਿਗੁਰੂ ਕਹਿਣ ਲੱਗੇ, ਪੰਡਤ ਜੀ ਜਿਹੜੀ ਤੁਹਾਡੀ ਸੰਸਕ੍ਰਿਤ ਹੈ ਉਹਦੇ ਵਿੱਚ ਬੜੇ ਬੜੇ ਵਿਸ਼ੇਸ਼ ਮਹਾਨ ਗ੍ਰੰਥ ਲਿਖੇ ਹੋਏ, ਪਰ ਆਮ ਲੋਕ ਉਹਨਾਂ ਗ੍ਰੰਥਾਂ ਦਾ ਫਾਇਦਾ ਨਹੀਂ ਉਠਾ ਸਕਦੇ, ਉਹਨਾਂ ਗ੍ਰੰਥਾਂ ਨੂੰ ਪੜ੍ਹ ਨਹੀਂ ਸਕਦੇ, ਉਹਨਾਂ ਗ੍ਰੰਥਾਂ ਨੂੰ ਸਮਝ ਨਹੀਂ ਸਕਦੇ। ਉਹ ਗਿਆਨ ਸਿਰਫ ਕੁਝ ਲੋਕਾਂ ਵਾਸਤੇ ਸੀਮਤ ਹੈ। ਥੋੜ੍ਹੇ ਜਿਹੇ ਬੰਦੇ ਉਸ ਗਿਆਨ ਨੂੰ ਪੜ੍ਹ ਸਕਦੇ ਨੇ, ਥੋੜ੍ਹੇ ਜਿਹੇ ਬੰਦੇ ਸਮਝ ਸਕਦੇ ਨੇ। ਹਰ ਪ੍ਰਾਣੀ ਮਾਤਰ ਨੂੰ ਨਹੀਂ ਸਮਝਾਇਆ ਜਾ ਸਕਦਾ। ਤੁਸੀਂ ਲੋਕ ਵੀ ਪੰਡਤ ਜੀ ਜੇ ਕਿਸੇ ਨੂੰ ਸਮਝਾਉਂਦੇ ਹੋ, ਗੀਤਾ ਦੀ ਕਥਾ ਕਰਦੇ ਹੋ, ਵੇਦਾਂ ਦੀ ਕਥਾ ਕਰਦੇ ਹੋ, ਰਮਾਇਣ ਦੀ ਕਥਾ ਕਰਦੇ ਹੋ, ਤਾਂ ਉਹ ਕਥਾ ਤੁਹਾਡੀ ਆਮ ਬੋਲੀ 'ਚ ਹੀ ਹੁੰਦੀ ਹੈ, ਲੋਕਾਂ ਦੀ ਭਾਸ਼ਾ ਵਿੱਚ ਤੁਸੀਂ ਸਮਝਾਉਂਦੇ ਹੋ। ਬਿਨਾਂ ਲੋਕ ਭਾਸ਼ਾ ਦੇ ਸੰਸਕ੍ਰਿਤ ਵੀ ਅਧੂਰੀ ਹੈ। ਸੰਸਕ੍ਰਿਤ ਰਥੀ ਹੈ ਤੇ ਗੁਰਬਾਣੀ ਅਤ ਰਥੀ ਹੈ। ਇਹ ਹੁਣ ਮਹਾਰਾਜ ਸਮਝਾ ਰਹੇ ਨੇ, ਕਥਾ ਪ੍ਰੇਮ ਨਾਲ ਸੁਣੀਏ। ਸਾਰੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੰਸਕ੍ਰਿਤ ਤੁਮਰੀ ਜੋ ਹੈ, ਜੋ ਪੰਡਤ ਜੀ ਤੁਹਾਡੀ ਸੰਸਕ੍ਰਿਤ ਬੋਲੀ ਹੈ ਰਤੀ ਮਹਾਰਥ ਦੋਏ। ਉਹ ਰਥੀ ਔਰ ਮਹਾਰਥੀ ਹੈ। ਚਹ ਸਹਾਇ ਰਨ ਮਹਿਲ ਰਹਿ, ਕਿਉਂਕਿ ਰਥੀ ਵੀ ਜੰਗ ਵਿੱਚ ਜਾਵੇ ਤਾਂ ਉਸ ਨੂੰ ਕਿਸੇ ਦੂਸਰੇ ਦੀ ਸਹਾਇਤਾ ਚਾਹੀਦੀ ਹੁੰਦੀ, ਮਹਾਰਥੀ ਨੂੰ ਵੀ ਚਾਹੀਦੀ ਹੁੰਦੀ ਹੈ। ਅਥ ਰਥੀ ਨੂੰ ਨਹੀਂ ਲੋੜ ਹੁੰਦੀ, ਅਥ ਰਥੀ ਇਕੱਲਾ ਹੀ ਲੜਦਾ ਹੈ। ਸੋ ਜਿਹੜੀ ਸੰਸਕ੍ਰਿਤ ਹੈ ਇਹਨੂੰ ਵੀ ਦੇਸ਼ ਭਾਸ਼ਾ ਦੀ ਲੋੜ ਪੈਂਦੀ ਹੈ। ਕਿਸੇ ਵੀ ਗ੍ਰੰਥ ਸੰਸਕ੍ਰਿਤ ਦਾ ਉਹਦੀ ਕਥਾ ਕਰਨ ਵਾਸਤੇ ਆਮ ਬੋਲੀ 'ਚ ਹੀ ਬੋਲਦੇ ਹੋ ਪੰਡਤ ਜੀ। ਹਾਂਜੀ, ਇੱਕ ਮਹਿ ਸ਼ਕਤ ਨਾ ਹੋਏ, ਇਕੱਲੀ ਇਹਦੇ 'ਚ ਸ਼ਕਤੀ ਨਹੀਂ ਆਪਣੇ ਆਪ ਲੋਕਾਂ ਨੂੰ ਉਪਦੇਸ਼ ਦੇ ਸਕੇ। ਭਾਖਾ ਕੋਲੇ ਸੰਗ ਨਿਜ, ਭਾਸ਼ਾ ਨੂੰ ਆਪਣੇ ਨਾਲ ਲੈ ਕੇ ਹੀ ਸੰਸਕ੍ਰਿਤ ਤੁਰ ਸਕਦੀ ਹੈ। ਸਿੱਖਣ ਕੋ ਸਮਝਾਏ, ਸਿੱਖਾਂ ਨੂੰ ਸਮਝਾ ਸਕਦੀ ਹੈ। ਮੋਹ ਕਟਕ ਤਬ ਜੀਤ ਹੈ, ਮੋਹ ਰੂਪੀ ਫੌਜਾਂ ਨੂੰ ਤਾਂ ਹੀ ਜਿੱਤਿਆ ਜਾ ਸਕਦਾ ਹੈ। ਗਤ ਦੇ ਜਾਣ ਕਮਾਏ, ਜਿਹੜਾ ਗੁਰਬਾਣੀ ਨੂੰ ਪੜ੍ਹੇਗਾ, ਸੁਣੇਗਾ, ਕਮਾਏਗਾ, ਉਹ ਜਿੱਤ ਲੇਗਾ। ਗੁਰਬਾਣੀ ਇਕੱਲੀ ਹੀ ਮੋਹ ਨੂੰ ਜਿੱਤ ਸਕਦੀ ਹੈ। ਹਾਂਜੀ, ਜੇਕਰ ਸੁਰਬਾਣੀ ਕਹੈ, ਜੇ ਤੁਸੀਂ ਕਹੋ ਵੀ ਸੰਸਕ੍ਰਿਤ ਦੇਵ ਬਾਣੀ ਹੈ, ਇਸਕੇ ਫਲ ਅਧਿਕਾਏ, ਇਹਦੇ ਨਾਲ ਜ਼ਿਆਦਾ ਫਲ ਮਿਲਦਾ ਸੰਸਕ੍ਰਿਤ ਨਾਲ, ਤਾਂ ਪਰ ਪੰਡਿਤ ਕਾਨ ਸੁਣ, ਤਾਂ ਉੱਤੇ ਪੰਡਤ ਜੀ ਦਲੀਲ ਸਾਡੀ ਸੁਣੋ ਕੰਨ ਦੇ ਕੇ। ਇਹ ਸੰਦੇਹ ਮਿਟਾਏ, ਤੁਹਾਡਾ ਸੰਦੇਹ ਮਿਟਾ ਦਿੰਦੇ ਆ, ਤੁਹਾਡਾ ਸੰਸਾਰ ਮਿਟਾ ਦਿੰਦੇ ਆ। ਸਤਿਗੁਰ ਪ੍ਰਭ ਪ੍ਰਿਯ ਭਗਤ, ਜਿਹੜੇ ਪਰਮੇਸ਼ਰ ਦੇ ਪਿਆਰੇ ਭਗਤ ਹਨ, ਜੇ ਤਿਨ ਕੇ ਬਾਕ ਸਮਾਨ, ਜੇ ਉਹਨਾਂ ਦੇ ਬਚਨ ਹਨ ਮਹਾਂਪੁਰਸ਼ਾਂ ਦੇ, ਸੁਰਬਾਣੀ ਨਹਿ ਹੋਤ ਹੈ, ਉਹਨਾਂ ਦੇ ਬਚਨਾਂ ਦੇ ਸਮਾਨ ਤਾਂ ਦੇਵ ਬਾਣੀ ਵੀ ਨਹੀਂ ਹੋ ਸਕਦੀ। ਦੇਵਤਿਆਂ ਦੀ ਬਾਣੀ ਵੀ ਪਰਮੇਸ਼ਰ ਦੇ ਭਗਤਾਂ ਦੀ ਬਾਣੀ ਦੀ ਬਰਾਬਰੀ ਨਹੀਂ ਕਰ ਸਕਦੀ। ਇਹ ਤੋਂ ਵਿਦਿਤ ਜਹਾਨ, ਇਹ ਗੱਲ ਸਾਰੇ ਸ਼ਾਸਤਰ ਵੇਦਾਂ 'ਚ ਮੰਨੀ ਹੋਈ ਹੈ। ਤਾਂ ਕਿ ਬਾਣੀ ਵੇਦ ਸਨ, ਐਸਾ ਲਿਖਿਆ ਹੈ।
ਜਿਹੜਾ ਮਹਾਂਪੁਰਸ਼ ਬ੍ਰਹਮ ਗਿਆਨੀ ਹੈ ਉਹਦੀ ਰਸਨਾ ਤੋਂ ਨਿਕਲੇ ਹੋਏ ਬੋਲ ਵੇਦ ਦੇ ਸਮਾਨ ਹਨ। ਹਾਂਜੀ। ਕਰਮ ਕਾਂਡ ਮੈਂ ਸੁਰ ਚਹੈ, ਹੇ ਪੰਡਤ ਜੀ, ਕਰਮ ਕਾਂਡ ਵਿੱਚ ਦੇਵਤੇ ਚਾਹੁੰਦੇ ਹਨ ਨਰਕੋ ਦੇ ਉਪਦੇਸ਼, ਲੋਕਾਂ ਨੂੰ ਪਾਈ ਰੱਖੀਏ। ਦੇਵਤਿਆਂ ਦੀ ਤਾਂ ਇੱਥੋਂ ਤੱਕ ਹੀ ਪਹੁੰਚ ਹੈ ਵੀ ਉਹ ਕਰਮ ਕਾਂਡ ਚ ਲਾਈ ਰੱਖਦੇ, ਨਰ ਕਰਮ ਕਾਂਡਾਂ ਦਾ ਉਪਦੇਸ਼ ਲੋਕਾਂ ਨੂੰ ਦਿੰਦੇ ਹਨ। ਹਾਂਜੀ। ਸੁਰਗ ਨਰਕ ਫਿਰ ਜਨਮ, ਕਰਮ ਕਾਂਡੀ ਪੁਰਸ਼ ਚੰਗੇ ਕੰਮ ਕਰਕੇ ਸੁਰਗਾਂ 'ਚ ਜਾਂਦਾ ਹੈ। ਜਦੋਂ ਚੰਗੇ ਕੰਮਾਂ ਦਾ ਪੁੰਨ ਘਟ ਜਾਂਦਾ ਹੈ ਫਿਰ ਉਹ ਨਰਕਾਂ ਵਿੱਚ ਚਲਾ ਜਾਂਦਾ ਹੈ। ਜਨਮ ਮਰਨ ਦੇ ਚੱਕਰ 'ਚੋਂ ਨਿਕਲ ਨਹੀਂ ਸਕਦਾ। ਨਰਕ ਸੁਰਗ ਫਿਰ ਅਵਤਾਰ, ਕਦੀ ਨਰਕਾਂ ਵਿੱਚ ਕਦੀ ਸੁਰਗਾਂ ਵਿੱਚ, ਕਦੀ ਸੁਖੀ ਕਦੀ ਦੁਖੀ। ਕਰਮ ਕਾਂਡੀ ਪੁਰਸ਼ ਦੀ ਮੁਕਤੀ ਨਹੀਂ ਹੁੰਦੀ। ਹਾਂਜੀ। ਸੁਖ ਦੁਖ ਲਹਿ ਵਿਸ਼ੇਸ਼, ਉਹ ਆਪਣੇ ਕਰਮਾਂ ਕਰਕੇ ਹੀ ਵਿਸ਼ੇਸ਼ ਕਰਕੇ ਦੁੱਖ ਔਰ ਸੁੱਖ ਭੋਗਦਾ ਰਹਿੰਦਾ ਹੈ। ਸਤਿਗੁਰ ਗਿਆਨ ਦ੍ਰਿੜਾਏ ਕਰ, ਜਿਹੜੇ ਸਤਿਗੁਰੂ ਹਨ ਉਹ ਸਿੱਖ ਨੂੰ ਬ੍ਰਹਮ ਗਿਆਨ ਦਿੰਦੇ ਹਨ। ਕਰਮ ਕਾਂਡ ਤੋਂ ਉੱਪਰਲਾ ਕਾਂਡ ਭਗਤੀ ਕਾਂਡ ਹੈ, ਭਗਤੀ ਕਾਂਡ ਤੋਂ ਉੱਪਰਲਾ ਕਾਂਡ ਬ੍ਰਹਮ ਗਿਆਨ ਦਾ ਕਾਂਡ ਹੈ। ਸਤਿਗੁਰੂ ਸਿੱਖ ਨੂੰ ਬ੍ਰਹਮ ਗਿਆਨ ਤੱਕ ਪਹੁੰਚਾ ਦਿੰਦੇ ਹਨ। ਕਰਮ ਕਾਂਡ ਦਾ ਬੜਾ ਥੱਲੇ ਰਹਿ ਜਾਂਦਾ ਹੈ। ਹਾਂਜੀ। ਬੰਧਨ ਘਟ ਹੈ ਜੀਵ, ਸਤਿਗੁਰੂ ਸਿੱਖ ਦੇ ਬੰਧਨ ਕੱਟ ਦਿੰਦੇ ਆ। ਸਤਿਗੁਰੂ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ। ਕਰਮ ਕਾਂਡ ਤੋਂ ਭਗਤੀ ਕਾਂਡ ਵਿੱਚ ਲਿਜਾ ਕੇ ਭਾਵਨਾ ਬਣਦੀ ਹੈ ਤੇ ਫਿਰ ਗਿਆਨ ਦੀ ਪ੍ਰਾਪਤੀ ਹੋਣ ਨਾਲ ਮੁਕਤੀ ਹੋ ਜਾਂਦੀ ਹੈ। ਹਾਂਜੀ। ਜਾਂ ਤੇ ਜਨ ਹੋ ਮਿਸਰ ਜੂ, ਇਸ ਕਰਕੇ ਪੰਡਤ ਜੀ ਇਹ ਗੱਲ ਜਾਣ ਲਓ, ਕੋ ਘਟ ਕੋ ਵਧ ਜੀ ਜੀਵ, ਇਹ ਸੰਸਾਰ 'ਚ ਕੋਈ ਬਾਣੀ ਵੱਧ ਜਾਂ ਘੱਟ ਨਹੀਂ ਹੈ। ਜਿਹੜੀ ਜੀਵ ਦਾ ਕਲਿਆਣ ਕਰੇ ਉਹ ਸਤਿਕਾਰਯੋਗ ਹੈ। ਤੁਸੀਂ ਆਪਣੀ ਬਾਣੀ ਨੂੰ ਬੜਾ ਵੱਡਾ ਸਮਝਦੇ ਹੋ, ਵੇਦਾਂ ਦੀ ਨੂੰ, ਤੇ ਗੁਰੂ ਦੀ ਬਾਣੀ ਨੂੰ ਛੋਟਾ ਸਮਝਦੇ ਹੋ। ਇਹ ਤੁਹਾਡਾ ਭੁਲੇਖਾ ਹੈ ਪੰਡਤ ਜੀ। ਗੁਰਬਾਣੀ ਵੀ ਵੇਦ ਸਮਾਨ, ਵੇਦਾਂ ਤੋਂ ਵੀ ਉੱਪਰ ਹੈ। ਕਿਵੇਂ? ਵੇਦ ਤਾਂ ਸਿਰਫ ਸੰਸਕ੍ਰਿਤ ਪੜ੍ਹੇ ਲੋਕਾਂ ਨੂੰ ਹੀ ਸਮਝ ਆਉਂਦੀ ਹੈ, ਉਹ ਵੀ ਜਾਂ ਫਿਰ ਬ੍ਰਾਹਮਣਾਂ ਨੂੰ ਪੜ੍ਹ ਸਕਦੇ ਜਾਂ ਖੱਤਰੀ ਪੜ੍ਹ ਸਕਦੇ। ਗੁਰਬਾਣੀ ਨੂੰ ਹਰ ਇਨਸਾਨ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਹਿੰਦੂ, ਮੁਸਲਮਾਨ, ਇਸਤਰੀ, ਪੁਰਸ਼ ਸਾਰੇ ਹੀ ਪੜ੍ਹ ਸਕਦੇ। ਹਾਂਜੀ। ਸ਼ੁਭ ਉਪਦੇਸ਼ ਜੋ ਸ਼੍ਰੇਯ ਦੇ, ਇਹ ਗੁਰਬਾਣੀ ਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੈ, ਸਾਰਿਆਂ ਦੀ ਕਲਿਆਣ ਕਰਨ ਵਾਲਾ ਹੈ, ਸਾਰਿਆਂ ਦੀ ਮੁਕਤੀ ਕਰਨ ਵਾਲਾ ਹੈ। ਸੰਸਕ੍ਰਿਤ ਭਾਖਾ ਕੋਏ, ਜੋ ਸੰਸਕ੍ਰਿਤ ਹੋਵੇ ਭਾਵੇਂ ਭਾਸ਼ਾ ਹੋਵੇ, ਜਿਹੜਾ ਪਰਮਾਤਮਾ ਦਾ ਗਿਆਨ ਦਿੰਦੇ ਨੇ ਗ੍ਰੰਥ, ਉਹ ਸਤਿਕਾਰਯੋਗ ਨੇ, ਉਹਨਾਂ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਮਹਾਰਾਜ ਕਹਿੰਦੇ ਵੇਦਾਂ ਕਤੇਬਾਂ ਨੂੰ ਝੂਠੇ ਨਾ ਕਹੋ। ਝੂਠਾ ਉਹ ਹੈ ਜਿਹੜਾ ਉਹਨਾਂ ਦੀ ਵਿਚਾਰ ਨਹੀਂ ਕਰ ਸਕਿਆ, ਜਿਹੜਾ ਉਹਨਾਂ ਤੋਂ ਸਿੱਖਿਆ ਨਹੀਂ ਲੈ ਸਕਿਆ। ਅਸੀਂ ਤਾਂ ਵੇਦਾਂ ਦੀ ਨਿੰਦਾ ਨਹੀਂ ਕਰਦੇ ਪੰਡਤ ਜੀ, ਤੁਸੀਂ ਗੁਰਬਾਣੀ ਦੀ ਨਿੰਦਾ ਕਿਉਂ ਕਰਦੇ ਹੋ? ਗੁਰੂ ਘਰ ਵਿੱਚ ਸਾਧ ਸੰਗਤ ਜੀ ਕਿਸੇ ਧਰਮ ਦੀ ਨਿੰਦਾ ਨਹੀਂ ਹੈ। ਹਾਂ, ਮੇਰੇ ਵਰਗੇ ਕੁਝ ਗੁਰਬਾਣੀ ਤੋਂ ਘੱਟ ਜਾਣਕਾਰੀ ਵਾਲੇ, ਜਿਨ੍ਹਾਂ ਨੇ ਗੁਰਬਾਣੀ ਨਹੀਂ ਪੜ੍ਹੀ ਹੁੰਦੀ, ਬਸ ਇੱਧਰ ਉੱਧਰ ਲੈਕਚਰ ਸੁਣੇ ਹੁੰਦੇ, ਉਹ ਆ ਕੇ ਸਟੇਜਾਂ 'ਤੇ ਲੈਕਚਰ ਦੇਣ ਲੱਗ ਜਾਂਦੇ ਹਨ। ਉਹ ਫਿਰ ਦੂਸਰੇ ਮਹਾਂਪੁਰਸ਼ਾਂ ਨੂੰ, ਧਰਮਾਂ ਨੂੰ ਨਿੰਦਣ ਲੱਗ ਜਾਂਦੇ ਹਨ। ਉਹੀ ਲੋਕ ਝਗੜੇ ਦਾ ਕਾਰਨ ਬਣਦੇ ਹਨ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਸੇ ਧਰਮ ਦੀ ਨਿੰਦਾ ਨਹੀਂ ਕੀਤੀ ਗੁਰਬਾਣੀ 'ਚ, ਨਾ ਮੁਸਲਮਾਨਾਂ ਦੀ ਨਿੰਦਾ ਕੀਤੀ, ਨਾ ਹਿੰਦੂਆਂ ਦੀ ਕੀਤੀ, ਨਾ ਈਸਾਈਆਂ ਦੀ ਕੀਤੀ, ਨਾ ਕਿਸੇ ਹੋਰ ਧਰਮ ਦੀ। ਗੁਰੂ ਸਾਹਿਬ ਨੇ ਪਖੰਡ ਦਾ ਖੰਡਨ ਕੀਤਾ। ਪਖੰਡ ਕੋਈ ਵੀ ਕਰੇ, ਹਿੰਦੂ ਪਖੰਡ ਕਰੇ ਤਾਂ ਵੀ ਉਹਨੂੰ ਮਹਾਰਾਜ ਕਹਿੰਦੇ ਭਾਈ ਇਹ ਭਗਤੀ ਦਾ ਤਰੀਕਾ ਨਹੀਂ। ਜੋ ਕਰਨਾ ਉਹ ਦਿਲੋਂ ਕਰ, ਵਿਖਾਵੇ ਲਈ ਨਾ ਕਰ। ਜੋ ਵੀ ਕਰ, ਪੂਜਾ ਕਰ, ਪਾਠ ਕਰ, ਤੀਰਥ ਯਾਤਰਾ ਕਰ, ਕੁਛ ਵੀ ਕਰ, ਪਰ ਕਰ ਤਾਂ ਸੱਚੇ ਮਨ ਨਾਲ। ਵਿਖਾਵੇ ਲਈ ਕਰ ਰਹੇ ਆ ਤਾਂ ਫਿਰ ਪਖੰਡ, ਧਰਮ ਦਾ ਚੋਲਾ ਪਾ ਕੇ ਤੂੰ ਪਾਪ ਕਰ ਰਿਹਾ। ਮੁਸਲਮਾਨ ਕਰ ਰਿਹਾ ਤਾਂ ਉਹਨੂੰ ਵੀ ਮਹਾਰਾਜ ਕਹਿੰਦੇ ਵੀ ਤੂੰ ਜੇ ਰੋਜ਼ਾ ਰੱਖ ਰਿਹਾ, ਨਮਾਜ਼ ਪੜ੍ਹ ਰਿਹਾ, ਦਿਲੋਂ ਪੜ੍ਹ, ਸੱਚੀ ਨਮਾਜ਼ ਕਰ, ਵਿਖਾਵੇ ਦੀ ਨਾ ਕਰ। ਇਸੇ ਤਰ੍ਹਾਂ ਮਹਾਰਾਜ ਸਭ ਧਰਮਾਂ ਨੂੰ, ਮਹਾਂਪੁਰਸ਼ਾਂ ਨੂੰ ਮਿਲੇ ਜਾ ਕੇ ਉਪਦੇਸ਼ ਚੰਗਾ ਹੀ ਦਿੱਤਾ, ਬੁਰਾ ਨਹੀਂ ਕਿਸੇ ਨੂੰ ਦਿੱਤਾ। ਤਾਂ ਕਿਸੇ ਧਰਮ ਦੀ ਨਿੰਦਾ ਨਹੀਂ ਗੁਰਬਾਣੀ ਵਿੱਚ, ਪਖੰਡ ਦੀ ਨਿੰਦਾ ਹੈ। ਪਖੰਡ ਬ੍ਰਾਹਮਣ ਕਰਦਾ ਸੀ ਤਾਂ ਉਹਦੇ ਕੰਨ ਫੜ ਲਏ, ਜੇ ਬ੍ਰਾਹਮਣ ਮੁੱਲਾ ਕਰਦਾ ਸੀ ਤੇ ਮੁੱਲਾਂ ਦੇ ਫੜ ਲਏ। ਸਾਰਿਆਂ ਨੂੰ ਮਹਾਰਾਜ ਨੇ ਸਿੱਧੇ ਰਾਹ ਪਾਤਾ। ਔਰ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਉਹ ਅੰਦਰੋਂ ਸੁਧਰ ਗਏ, ਉਹ ਅੰਦਰੋਂ ਹੀ ਬਦਲ ਗਏ। ਅਸੀਂ ਲੋਕਾਂ ਨਾਲ ਗਾਲਾਂ ਕੱਢ ਕੇ ਸਿਰਫ ਲੜਾਈ ਪਾ ਸਕਦੇ ਹਾਂ,
ਕਿਸੇ ਨੂੰ ਸੁਧਾਰ ਨਹੀਂ ਸਕਦੇ। ਸਾਡੀ ਗੱਲ ਦਾ ਕਿਸੇ ਨੇ ਚੰਗਾ ਥੋੜ੍ਹਾ ਸਮਝਣਾ, ਬੁਰਾ ਜ਼ਰੂਰ ਸਮਝਣਗੇ। ਤਾਂ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਅਸੀਂ ਤਾਂ ਭਾਈ ਤੁਹਾਡੇ ਵੇਦਾਂ ਸ਼ਾਸਤਰਾਂ ਨੂੰ ਨਿੰਦਦੇ ਨਹੀਂ, ਤੁਸੀਂ ਕਿਉਂ ਨਿੰਦਦੇ ਹੋ? ਜਿਹੜੀ ਗੱਲ ਰੱਬ ਨਾਲ ਜੋੜਨ ਵਾਲੀ ਆ ਉਹ ਸਤਿਕਾਰਯੋਗ ਹੈ, ਅਸੀਂ ਸਤਿਕਾਰ ਕਰਦੇ ਹਾਂ। ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਲੋਕਾਂ ਤੱਕ ਤਾਂ ਪਹੁੰਚਦੇ ਆ ਜੇ ਉਹਨੂੰ ਤੁਸੀਂ ਆਮ ਬੋਲੀ ਵਿੱਚ ਟਰਾਂਸਲੇਸ਼ਨ ਕਰੋ, ਆਮ ਬੋਲੀ 'ਚ ਬੋਲ ਕੇ ਦੇ ਅਰਥ ਕਰੋ। ਗੁਰਬਾਣੀ ਸਿੱਧਾ ਹੀ ਉਪਦੇਸ਼ ਪਹੁੰਚ ਜਾਂਦਾ। ਗੁਰਬਾਣੀ ਦੀ ਸਮਝ ਆਪੇ ਹੀ ਘੱਟ ਪੜ੍ਹੇ ਨੂੰ ਵੀ ਆ ਜਾਂਦੀ ਹੈ। ਤੇ ਤੁਹਾਡੀ ਬਾਣੀ ਜਿਹੜੀ ਹੈ ਉਹ ਪੜ੍ਹਨੀ ਬਹੁਤ ਔਖੀ ਹੈ। ਸੰਸਕ੍ਰਿਤ ਪੜ੍ਹਨ ਲਈ ਗ੍ਰਾਮਰ ਪੜ੍ਹਨਾ ਪੈਂਦਾ, ਲਘੂ ਸਿਧਾਂਤ, ਮੱਧਿਆ ਸਿਧਾਂਤ, ਫਿਰ ਸਿਧਾਂਤ, ਫਿਰ ਪਾਣਿਨੀ ਮੁਨੀ ਦਾ ਸਾਰਾ ਵਿਆਕਰਨ ਪੜ੍ਹ ਕੇ ਤੇ ਫਿਰ ਜਾ ਕੇ ਨਿਰੁਪਤ ਪੜ੍ਹ ਕੇ, ਫਿਰ ਛੰਦ ਸ਼ਾਸਤਰ ਪੜ੍ਹ ਕੇ, ਫਿਰ ਕਲਪ, ਫਿਰ ਸਿਕਸ਼ਾ, ਫਿਰ ਜੋਤਿਸ਼, ਫਿਰ ਜਾ ਕੇ ਵੇਦ ਦੀ ਪ੍ਰਾਪਤੀ ਹੁੰਦੀ ਹੈ। ਇੰਨੀ ਮਿਹਨਤ ਕੌਣ ਕਰੇ? ਗੁਰਬਾਣੀ ਘੱਟ ਤੋਂ ਘੱਟ ਪੜ੍ਹਿਆ ਵੀ ਬੰਦਾ ਪੜ੍ਹ ਸਕਦਾ। ਹਾਂਜੀ, ਕਹੇ ਕੁਰੀਤ ਜੋ ਦੋਹਨ ਮਹਿ। ਹਾਂ, ਜਿਹੜੀਆਂ ਗੱਲਾਂ ਗੁਰਬਾਣੀ ਵਿੱਚ ਵੀ ਔਰ ਵੇਦਾਂ ਵਿੱਚ ਵੀ ਛੱਡਣ ਜੋਗੀਆਂ ਕਈਆਂ ਨੇ, ਮਾੜੇ ਕੰਮ ਕਹੇ, ਪਾਪ, ਚੋਰੀ, ਯਾਰੀ, ਠੱਗੀ, ਬੇਈਮਾਨੀ, ਉਹ ਵੇਦਾਂ ਵਿੱਚ ਵੀ ਨਿੰਦਿਆ, ਗੁਰਬਾਣੀ ਵਿੱਚ ਵੀ ਨਿੰਦੇ। ਨਾ ਭਾਈ ਇਹ ਕੰਮ ਨਾ ਕਰੋ। ਹਾਂਜੀ, ਮਾਨੇ ਦੁਖਤ ਹੋਏ। ਹਾਂਜੀ, ਮਾਨੇ ਦੁਖਤ ਹੋਏ। ਕਿੱਥੇ ਪੜਿਆ? ਮਾਨੇ ਅਧੋਗਤ ਹੋਏ। ਜਿਹੜਾ ਬੰਦਾ ਉਹਨਾਂ ਕੰਮਾਂ 'ਚ ਪਵੇਗਾ ਉਹਨਾਂ ਦੀ ਅਧੋਗਤੀ ਹੋਵੇਗੀ। ਭਾਵ ਜਿਹੜਾ ਕੰਮ ਕ੍ਰੋਧ, ਲੋਭ, ਮੋਹ, ਹੰਕਾਰ, ਚੋਰੀ, ਯਾਰੀ, ਠੱਗੀ, ਬੇਈਮਾਨੀ, ਉਹ ਵੇਦਾਂ 'ਚ ਵੀ ਲਿਖਿਆ ਵੀ ਜਿਹੜਾ ਕਰੇਗਾ ਉਹਦਾ ਪਾਪ ਉਹਨੂੰ ਲੱਗੇਗਾ, ਦੁਖੀ ਹੋਵੇਗਾ। ਗੁਰਬਾਣੀ 'ਚ ਵੀ ਲਿਖਿਆ ਹੈ। ਸਿੱਧੀ ਜੀ ਗੱਲ ਹੈ। ਇਹਦੇ ਵਿੱਚ ਸਮਝਣ ਵਾਲੀ ਗੱਲ ਹੈ ਵੀ ਕੁਝ ਕਰਮ ਛੱਡਣ ਵਾਲੇ ਹਨ ਉਹ ਛੱਡ ਦਿਓ, ਕੁਝ ਕਰਮ ਧਾਰਨ ਕਰਨ ਵਾਲੇ ਹਨ ਉਹ ਧਾਰਨ ਕਰ ਲਓ। ਸਾਰੇ ਧਰਮ ਗ੍ਰੰਥ ਇਹੀ ਕਹਿੰਦੇ ਹਨ। ਹਾਂਜੀ, ਪਾਤਰ ਮਝਾਰ ਆਹਾਰ ਸ਼ੁਭ। ਕਹਿੰਦੇ ਬਰਤਨ ਦੇ ਵਿੱਚ ਭੋਜਨ ਚੰਗਾ ਪਾਈਏ, ਖੈਬੇ ਤ੍ਰਿਪਤੀ ਜਾਹੇ। ਉਹਦੇ ਨਾਲ ਖਾ ਕੇ ਬੰਦੇ ਨੂੰ ਤ੍ਰਿਪਤੀ ਹੁੰਦੀ ਹੋਵੇ। ਯਾਨੀ ਥਾਲੀ ਦੇ ਵਿੱਚ ਪ੍ਰਸ਼ਾਦਾ, ਰੋਟੀ, ਖੀਰ, ਕੜਾਹ, ਪੂੜੀਆਂ, ਦਾਲ, ਸਬਜ਼ੀ ਪਾਈਦਾ, ਉਹਨੂੰ ਖਾਈਦਾ। ਖਾ ਕੇ ਕੀ ਹੁੰਦਾ? ਪੇਟ ਭਰਦਾ। ਹਾਂਜੀ, ਜੇ ਬਿਖ ਪਾਏ ਚਾਹੀਏ। ਤੇ ਜੇ ਭਾਂਡੇ ਦੇ ਵਿੱਚ ਜ਼ਹਿਰ ਪਾ ਕੇ ਖਵਾ ਦਈਏ, ਬਰਤਨ ਦਾ ਕੀ ਕਸੂਰ ਹੈ? ਬਰਤਨ ਦੇ ਵਿੱਚ, ਥਾਲੀ ਦੇ ਵਿੱਚ ਜ਼ਹਿਰ ਵੀ ਪਿਆਇਆ ਜਾ ਸਕਦਾ। ਉਸੇ ਥਾਲੀ ਵਿੱਚ ਵਧੀਆ ਅੰਮ੍ਰਿਤਮਈ ਭੋਜਨ ਵੀ ਖਵਾਇਆ ਜਾ ਸਕਦਾ। ਗਲਾਸ ਦੇ ਵਿੱਚ ਦੁੱਧ ਵੀ ਪਿਆਇਆ ਜਾ ਸਕਦਾ। ਉਸੇ ਗਲਾਸ ਦੇ ਵਿੱਚ ਜ਼ਹਿਰ ਵੀ ਪਿਆਇਆ ਜਾ ਸਕਦਾ। ਹੁਣ ਗਲਾਸ ਦਾ ਤਾਂ ਕਸੂਰ ਕੋਈ ਨਹੀਂ, ਉਹਦਾ ਜਿਹੜਾ ਵਿੱਚ ਵਸਤੂ ਪਾਏਗਾ ਉਹੀ ਨਿਕਲੇਗੀ। ਜੇ ਜ਼ਹਿਰ ਪਾਏਗਾ ਤੇ ਜ਼ਹਿਰ ਨਿਕਲੇਗਾ, ਤੇ ਜੇ ਅੰਮ੍ਰਿਤ ਪਾਏਗਾ ਤੇ ਅੰਮ੍ਰਿਤ ਨਿਕਲੇਗਾ। ਹਾਂਜੀ, ਮ੍ਰਿਤਕ ਨਰਕ ਕੋ ਪਾਹੇ। ਜੇ ਕੋਈ ਜ਼ਹਿਰ ਪਾ ਕੇ ਪੀਏਗਾ ਭਾਂਡੇ ਵਿੱਚ ਤੇ ਉਹਦੀ ਮੌਤ ਹੋ ਜਾਏਗੀ, ਉਹ ਨਰਕਾਂ 'ਚ ਜਾਏਗਾ। ਜੇ ਅੰਮ੍ਰਿਤ ਪਾ ਕੇ ਪੀਏਗਾ ਭਾਂਡੇ ਵਿੱਚ ਤੇ ਅੰਮ੍ਰਿਤ ਨਾਲ ਅਮਰ ਹੋ ਜਾਏਗਾ, ਸੁਖੀ ਹੋਵੇਗਾ, ਸਵਰਗਾਂ 'ਚ ਜਾਏਗਾ। ਹਾਂਜੀ, ਕਿਵੇਂ ਸੰਸਕ੍ਰਿਤ ਕੋ ਅਧਿਕਤਾ। ਪੰਡਿਤ ਜੀ, ਸੰਸਕ੍ਰਿਤ ਦੇ ਵਿੱਚ ਵੀ, ਸੰਸਕ੍ਰਿਤ ਦੀ ਬੋਲੀ ਦੇ ਵਿੱਚ ਵੀ ਮਾੜੇ ਗ੍ਰੰਥ ਲਿਖੇ ਜਾ ਸਕਦੇ ਹੈਗੇ ਆ। ਕਈ ਨਾਸਤਿਕ ਗ੍ਰੰਥ ਵੀ ਸੰਸਕ੍ਰਿਤ 'ਚ ਲਿਖੇ ਹੋਏ। ਚਾਰਵਾਕ ਮੁਨੀ ਸੰਸਕ੍ਰਿਤ ਦਾ ਹੀ ਵਿਦਵਾਨ ਸੀਗਾ। ਸੰਸਕ੍ਰਿਤ ਵਿੱਚ ਉਹਨੇ ਨਾਸਤਿਕਾਂ ਦੇ ਗ੍ਰੰਥ ਲਿਖੇ, ਨਾਸਤਿਕ ਦਰਸ਼ਨ ਲਿਖਿਆ। ਕਹਿੰਦਾ ਕੋਈ ਪ੍ਰਮਾਤਮਾ ਨਹੀਂ, ਕੋਈ ਜਨਮ ਮਰਨ ਨਹੀਂ, ਕੋਈ ਆਤਮਾ ਨਹੀਂ, ਕੁਛ ਨਹੀਂ, ਬਸ ਖਾਓ ਪੀਓ। ਕਹਿੰਦਾ ਘਿਓ ਪੀਓ, ਭਾਵੇਂ ਕਰਜ਼ਾ ਚੁੱਕ ਕੇ ਪੀਓ। ਉਹ ਕਹਿੰਦਾ ਅੱਗੇ ਕਿਹੜਾ ਲੇਖਾ ਦੇਣਾ ਆਪਾਂ, ਖਾ ਲਓ, ਪੀ ਲਓ, ਮੌਜਾਂ ਕਰੋ, ਬਸ ਖਤਮ ਹੈ ਕੰਮ। ਉਹ ਜਿਹੜਾ ਨਾਸਤਿਕ ਹੈ ਉਹ ਵੀ ਤਾਂ ਸੰਸਕ੍ਰਿਤ 'ਚ ਹੀ ਬੋਲ ਰਿਹਾ, ਪਰ ਜ਼ਹਿਰ ਦੇ ਰਿਹਾ, ਉਹ ਜ਼ਹਿਰ ਦੇ ਰਿਹਾ। ਦੂਜੇ ਪਾਸੇ ਪਰਮਾਤਮਾ ਨਾਲ ਜੋੜਨ ਵਾਲੇ ਗ੍ਰੰਥ, ਉਹਨਾਂ ਵਿੱਚ ਵੀ ਸੰਸਕ੍ਰਿਤ ਅੰਮ੍ਰਿਤ ਭਰਿਆ ਹੋਇਆ। ਬਿਲਕੁਲ ਇਸੇ ਤਰ੍ਹਾਂ ਜਿਹੜੀ ਆਮ ਬੋਲੀ ਹੈ ਪੰਡਿਤ ਜੀ, ਪੰਜਾਬੀ ਬੋਲੀ ਹੈ, ਉਹਦੇ 'ਚ ਗੰਦੇ ਗਾਣੇ ਵੀ ਗਾਏ ਜਾਂਦੇ ਨੇ, ਉਹਦੇ ਵਿੱਚ ਵੀ ਜ਼ਹਿਰ ਹੁੰਦਾ। ਉਸੇ ਬੋਲੀ ਦੇ ਵਿੱਚ ਪਰਮਾਤਮਾ ਦਾ ਗਿਆਨ ਗੁਰੂ ਨਾਨਕ ਦੇਵ ਜੀ ਦੇ ਰਹੇ ਨੇ, ਅੰਮ੍ਰਿਤ ਦੇ ਰਹੇ ਨੇ। ਬੋਲੀ ਦਾ ਕੀ ਕਸੂਰ ਹੈ? ਭਾਂਡੇ ਦਾ ਕੀ ਕਸੂਰ ਹੈ? ਜਿਹੜੀ ਚੀਜ਼ ਭਾਂਡੇ 'ਚ ਪਾਓਗੇ ਉਹ ਨਿਕਲੇਗੀ। ਜ਼ਹਿਰ ਪਾਓਗੇ ਜ਼ਹਿਰ ਨਿਕਲੇਗਾ।
ਅੰਮ੍ਰਿਤ ਪਾਓਗੇ, ਅੰਮ੍ਰਿਤ ਨਿਕਲੇਗਾ। ਯਾਨੀ ਗੁਰਮੁਖੀ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇਹਦੇ 'ਚ ਤੁਹਾਨੂੰ ਬ੍ਰਹਮ ਗਿਆਨ ਦਿੱਤਾ ਪੰਜਾਬੀ ਬੋਲੀ 'ਚ। ਤੁਸੀਂ ਇਹਨੂੰ ਲਵੋ, ਇਹਦੇ ਨਾਲ ਤੁਹਾਡਾ ਭਲਾ ਹੋਵੇਗਾ। ਹਾਂਜੀ, ਕਹਿ ਲਹਿ ਨਹਿ ਰੀਤ ਲਹਿ ਨਹਿ ਜੀ ਰੀਤ ਕਹਿੰਦੇ ਕਿਵੇਂ ਸੰਸਕ੍ਰਿਤਿਕਤਾ ਕਹਿ ਲਹਿ ਨਹਿ ਰੀਤ। ਸਾਨੂੰ ਸਮਝ ਨਹੀਂ ਆਉਂਦੀ ਤੁਸੀਂ ਸੰਸਕ੍ਰਿਤ ਨੂੰ ਕਿਵੇਂ ਜ਼ਿਆਦਾ ਕਹਿੰਦੇ ਹੋ, ਕਿਵੇਂ ਵੱਡਾ ਕਹਿੰਦੇ ਹੋ। ਹਾਂਜੀ, ਪਠਵੇ ਤੇ ਹੰਕਾਰ ਹੋਆ। ਦੇਖੋ ਪੰਡਤ ਜੀ, ਇਸੇ ਸੰਸਕ੍ਰਿਤ ਨੂੰ ਪੜ੍ਹ ਕੇ ਬ੍ਰਹਮ ਗਿਆਨ ਹੋਣਾ ਸੀ, ਪਰ ਕਈਆਂ ਨੂੰ ਪੜ੍ਹ ਕੇ ਹੰਕਾਰ ਹੋ ਜਾਂਦਾ। ਇਹ ਵੇਦ ਕੋ ਗਿਆਨ ਸੁਜਾਨਨ ਕੇ ਅਭਿਮਾਨ ਮਦਾਦ ਵਿਕਾਰ ਨਿਵਾਸੇ, ਉਹਨੂੰ ਕੇਚਿਤ ਨੀਚਨ ਕੋ ਬੋਧ ਮਦੈ ਅਭਿਮਾਨ ਵਿਕਾਰ ਨਿਵਾਸੇ। ਸਾਰਬਤਾਮਣੀ ਮਹਾਂਪੁਰਸ਼ਾਂ ਨੇ ਲਿਖਿਆ ਹੈ ਵੀ ਉਹੀ ਵੇਦਾਂ ਸ਼ਾਸਤਰਾਂ ਦਾ ਗਿਆਨ ਚੰਗੇ ਬੰਦੇ ਪੜ੍ਹਨ ਤੇ ਉਹਨਾਂ ਦਾ ਮਨ ਨੀਵਾਂ ਹੋ ਜਾਂਦਾ। ਉਹੀ ਵੇਦਾਂ ਸ਼ਾਸਤਰਾਂ ਦਾ ਗਿਆਨ ਪੜ੍ਹ ਕੇ ਬੰਦੇ ਨੂੰ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਦਿਸਦੀਆਂ ਨੇ, ਆਪਣੇ ਪਾਪ ਦਿਸਦੇ ਨੇ, ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਚੰਗਾ ਬੰਦਾ। ਘਟੀਆ ਬੰਦਾ ਉਸੇ ਗਿਆਨ ਨੂੰ ਪੜ੍ਹ ਕੇ ਹੰਕਾਰੀ ਹੋ ਜਾਂਦਾ, ਕਹਿੰਦਾ ਹਾਂ ਮੈਂ ਇੰਨੇ ਵੇਦ ਪੜ੍ਹੇ ਨੇ, ਮੈਂ ਇੰਨਾ ਵਿਦਵਾਨ, ਮੈਂ ਇੰਨੇ ਸ਼ਾਸਤਰ ਪੜ੍ਹੇ ਨੇ। ਉਹੀ ਗਿਆਨ ਜਿਹੜਾ ਇੱਕ ਚੰਗੇ ਬੰਦੇ ਦੇ ਮਨ 'ਚ ਨਿਮਰਤਾ ਲਿਆਉਂਦਾ, ਉਹੀ ਗਿਆਨ ਮਾੜੇ ਬੰਦੇ ਦੇ ਮਨ ਵਿੱਚ ਹੰਕਾਰ ਲਿਆਉਂਦਾ। ਅੱਜ ਅੰਮ੍ਰਿਤ ਜਾਸ ਹਲਾਹਲ ਹੋਇਆ, ਕੁਛ ਔਖਦ ਵੈਦ ਨਹੀਂ ਕੁਛ ਤਾਸੇ। ਕਹਿੰਦੇ ਜਿਹੜਾ ਬੰਦਾ ਅੰਮ੍ਰਿਤ ਪੀਵੇ ਤੇ ਉਹਦੇ ਤੇ ਅਸਰ ਜ਼ਹਿਰ ਦਾ ਹੋਵੇ, ਅੰਮ੍ਰਿਤ ਪੀ ਕੇ ਜਿਹੜਾ ਬੰਦਾ ਜ਼ਹਿਰ ਬਣਾ ਲਵੇ ਆਪਣੇ ਅੰਦਰ, ਉਹਦੀ ਕੋਈ ਦਵਾਈ ਨਹੀਂ ਹੈ, ਉਹਦਾ ਕੋਈ ਡਾਕਟਰ ਨਹੀਂ ਹੈ। ਯਾਨੀ ਜਿਹਨੂੰ ਚੰਗੀ ਦਵਾਈ ਵੀ ਸਾਈਡ ਇਫੈਕਟ ਕਰਦੀ, ਡਾਕਟਰ ਕੀ ਕਰੇਗਾ? ਕੁਛ ਨਹੀਂ ਕਰ ਸਕਦਾ। ਉਹ ਘਟੀਆ ਬੰਦੇ, ਨੀਚ ਬੰਦੇ ਇਸ ਸੰਸਕ੍ਰਿਤ ਨੂੰ ਪੜ੍ਹ ਕੇ ਹੰਕਾਰੀ ਹੋ ਜਾਂਦੇ ਪੰਡਤ ਜੀ, ਵੀ ਅਸੀਂ ਬੜੇ ਪੜ੍ਹੇ ਲਿਖੇ ਹਾਂ, ਵੇਦ ਪੜ੍ਹੇ ਨੇ। ਇੱਕ ਵੇਦ ਪੜ੍ਹਿਆ ਵੇਦੀ, ਦੋ ਪੜ੍ਹਿਆ ਤ੍ਰਿਵੇਦੀ, ਤਿੰਨ ਵੇਦ ਪੜ੍ਹਿਆ ਤ੍ਰਿਵੇਦੀ, ਚਾਰ ਵੇਦ ਚਤੁਰਵੇਦੀ। ਇੱਕ ਵੇਦ ਪੜ੍ਹ ਲਿਆ, ਇੱਕ ਵੇਦੀ, ਦੋ ਤ੍ਰਿਵੇਦੀ, ਤਿੰਨ ਤ੍ਰਿਵੇਦੀ, ਚਾਰ ਪੜ੍ਹ ਲਏ ਚਤੁਰਵੇਦੀ। ਫਿਰ ਸ਼ਾਸਤਰੀ, ਫਿਰ ਖਟ ਸ਼ਾਸਤਰੀ, ਵੇਦਾਂਤਾਚਾਰਿਆ, ਇੱਦਾਂ ਦੇ ਬੜੇ ਬੜੇ ਵੱਡੇ ਅਹੁਦੇ, ਬੜੀਆਂ ਵੱਡੀਆਂ ਡਿਗਰੀਆਂ ਲਈਆਂ। ਹੰਕਾਰ ਹੀ ਵਧਿਆ ਆਪਣਾ। ਹਾਂਜੀ, ਨਹੀਂ ਨਮਰਤਾ ਚੀਤ। ਮਨ 'ਚ ਨੀਵਾਂ ਪਣਾ, ਨਿਮਰਤਾ ਨਹੀਂ ਆਈ, ਮਨ ਨੀਵਾਂ ਨਹੀਂ ਹੋਇਆ। ਹਾਂਜੀ, ਬਿਨਾਂ ਗਰੀਬੀ ਭਗਤ ਨਹਿ। ਮਨ ਵਿੱਚ ਜਿੰਨਾ ਚਿਰ ਗਰੀਬੀ ਨਹੀਂ ਆਉਂਦੀ, ਭਗਤੀ ਨਹੀਂ ਆਉਂਦੀ, ਉਹਨਾਂ ਚਿਰ ਪਰਮਾਤਮਾ ਦਾ ਪਤਾ ਨਹੀਂ ਲੱਗਦਾ ਪੰਡਤ ਜੀ। ਹੰਕਾਰੀ ਬੰਦਾ 100 ਜਨਮ ਵੀ ਰੱਬ ਨੂੰ ਨਹੀਂ ਮਿਲ ਸਕਦਾ। ਹੰਕਾਰੀ ਬੰਦਾ ਲੱਖਾਂ ਜਨਮਾਂ 'ਚ ਵੀ ਰੱਬ ਨੂੰ ਨਹੀਂ ਮਿਲ ਸਕਦਾ। ਹਾਂਜੀ, ਜਿਸ ਤੇ ਕਲਮਹਿ ਸ਼੍ਰੇ। ਨਿਮਰਤਾ ਨਾਲ ਹੀ, ਗਰੀਬੀ ਨਾਲ ਹੀ ਕਲਿਆਣ ਹੋਣਾ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਛਾਰੀ, ਇਸ ਆਗੇ ਕੋ ਨਾ ਟਿਕੇ ਵਿਕਾਰੀ, ਗੁਰਪੂਰੇ ਇਹ ਗੱਲ ਸਾਰੀ। ਮਹਾਰਾਜ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਵਾਸਤੇ ਗਰੀਬੀ ਦਾ ਗਦਾ ਸਾਨੂੰ ਦਿੱਤਾ ਵੀ ਮਨ ਨੀਵਾਂ ਰੱਖੋ, ਸਾਰਿਆਂ ਤੋਂ ਆਪਣੇ ਆਪ ਨੂੰ ਮਾੜਾ ਸਮਝੋ। ਕਬੀਰ ਸਭ ਤੇ ਹਮ ਬੁਰੇ। ਇਹ ਜਿੰਨੀ ਦੁਨੀਆ ਹੈ, ਜਿੰਨਾ ਸੰਸਾਰ ਹੈ, ਸਾਰੇ ਹੀ ਮੇਰੇ ਨਾਲੋਂ ਚੰਗੇ ਹਨ, ਅਸੀਂ ਸਾਰਿਆਂ ਨਾਲੋਂ ਮਾੜੇ। ਇੱਦਾਂ ਦੀ ਬਿਰਤੀ ਰੱਖੇ। ਹਾਂਜੀ, ਟਿੱਬੇ ਊਚ ਨਾ ਜਾਮਈ। ਹਾਂ, ਮਹਾਰਾਜ ਕਹਿੰਦੇ ਉੱਚੇ ਟਿੱਬੇ ਦੇ ਉੱਤੇ ਕਦੀ ਫਸਲਾਂ ਨਹੀਂ ਜੰਮਦੀਆਂ। ਹਾਂਜੀ, ਵੇਸੀ ਬੀਜ ਜੋ ਦੇ। ਉੱਚੇ ਟਿੱਬੇ ਤੇ ਕੋਈ ਬੀਜ ਪਾਵੇ ਨਾ, ਉੱਤੇ ਨਹੀਂ ਜੰਮਦਾ, ਕਿਉਂਕਿ ਉੱਥੇ ਨਾ ਪਾਣੀ ਠਹਿਰਨਾ ਤੇ ਨਾ ਉੱਤੇ ਕੋਈ ਉਹਨੂੰ ਸਹੂਲਤ ਮਿਲਣੀ। ਹਮੇਸ਼ਾ ਬੀਜ ਨੀਵੀਂ ਥਾਂ ਤੇ ਪਾਇਆ ਹੀ ਜੰਮਦਾ ਹੈ, ਉੱਪਰ ਰੱਖਿਆ ਨਹੀਂ ਜੰਮਦਾ। ਹਾਂਜੀ, ਸੰਸਕ੍ਰਿਤ ਕੀ ਵਾਰਤਾ। ਪੰਡਤ ਜੀ, ਇਹ ਸੰਸਕ੍ਰਿਤ ਜਿਹੜੀ ਹੈ, ਇਹਦੀ ਵਾਰਤਾ ਵੀ ਇਸੇ ਤਰ੍ਹਾਂ ਹੀ ਹੈ। ਜੋ ਸੰਸਕ੍ਰਿਤ ਹੈ, ਇਹ ਤੁਸੀਂ ਪੜ੍ਹਦੇ ਹੋ ਤੇ ਹੰਕਾਰ ਮਨ 'ਚ ਭਰੀ ਫਿਰਦੇ ਹੋ ਵੀ ਅਸੀਂ ਬੜੇ ਗ੍ਰੰਥ ਪੜ੍ਹੇ ਨੇ। ਹਾਂਜੀ, ਪਰ ਸੁਣੋ ਮਨ ਲਾਏ। ਇੱਕ ਹੋਰ ਵੀ ਗੱਲ ਸੁਣੋ ਪੰਡਤ ਜੀ, ਮਨ ਲਾ ਕੇ, ਧਿਆਨ ਲਾ ਕੇ ਸੁਣੋ। ਹਾਂਜੀ, ਮਨ ਸਭ ਹੋਏ ਵਿਚਾਰੀਏ। ਤੇ ਫਿਰ ਉਸ ਗੱਲ ਨੂੰ ਨਾ ਗੁੱਸੇ ਨਾਲ ਨਹੀਂ, ਮਨ ਸਭ ਹੋ ਕੇ, ਸਿਆਣੇ ਬਣ ਕੇ ਵਿਚਾਰ ਕਰੋ ਵੀ ਜੋ ਅਸੀਂ ਕਹਿ ਰਹੇ ਹਾਂ ਉਹ ਗੱਲ ਕਿਵੇਂ ਹੈ। ਹਾਂਜੀ,
ਕਰਬੇ ਪੱਖ ਬਿਹਾਏ। ਕਿਉਂਕਿ ਪੱਖਪਾਤ ਦੀ ਗੱਲ ਨਹੀਂ। ਸਾਧ ਸੰਗਤ ਜਦੋਂ ਕਿਸੇ ਬੰਦੇ ਦੇ ਅੰਦਰ ਪੱਖਪਾਤ ਹੁੰਦਾ ਨਾ, ਉਹ ਗਿਆਨ ਦੀ ਵਿਚਾਰ ਸੁਣ ਵੀ ਨਹੀਂ ਸਕਦਾ, ਉਹ ਗਿਆਨ ਦੀ ਵਿਚਾਰ ਕਰ ਵੀ ਨਹੀਂ ਸਕਦਾ। ਜਦੋਂ ਕੋਈ ਬੰਦਾ ਸਹੀ ਗੱਲ ਨੂੰ ਵਿਚਾਰਦਾ, ਉਹਨੂੰ ਪੱਖਪਾਤ ਛੱਡਣਾ ਪੈਂਦਾ, ਜਿੱਦ ਛੱਡਣੀ ਪੈਂਦੀ। ਪੰਡਤ ਜੀ ਇਹ ਜਿੱਦ ਛੱਡੋ ਵੀ ਅਸੀਂ ਪੰਡਤ ਹਾਂ ਤੇ ਅਸੀਂ ਸੰਸਕ੍ਰਿਤ ਦੇ ਹੱਕ 'ਚ ਖਲੋਣਾ ਹੀ ਖਲੋਣਾ ਨਹੀਂ। ਜਿਹੜੀ ਸੱਚੀ ਗੱਲ ਹੋਵੇ ਦੂਜੇ ਕੋਲੋਂ ਵੀ ਲੈ ਲੈਣੀ ਚਾਹੀਦੀ। ਚੰਗਿਆਈ ਹੈ ਸਾਧ ਸੰਗਤ ਜੀ ਕਿਤੋਂ ਵੀ ਮਿਲ ਜੇ ਉਹ ਲੈ ਲੈਣੀ ਚਾਹੀਦੀ ਹੈ। ਬੁਰਾਈ ਆਪਣੀ ਵੀ ਛੱਡ ਦੇਣੀ ਚਾਹੀਦੀ ਹੈ। ਆਖੋ ਸ੍ਰੀ ਵਾਹਿਗੁਰੂ। ਚੰਗਿਆਈ ਕਿਤੋਂ ਵੀ ਮਿਲ ਜੇ। ਹੁਣ ਸਾਧ ਸੰਗਤ ਜੀ ਆਪਾਂ ਇੱਥੇ ਗੋਰਿਆਂ ਦੇ ਮੁਲਕ 'ਚ ਬੈਠੇ ਹਾਂ, ਬੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਗੋਰਿਆਂ ਕੋਲੋਂ ਸਿੱਖਦੇ ਹਾਂ, ਲੈਂਦੇ ਹਾਂ। ਉਹਨਾਂ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਆਪਾਂ ਯੂਜ਼ ਕਰਦੇ ਹਾਂ। ਆਹ ਦੇਖੋ ਕਿੰਨੀਆਂ ਮੋਟਰਾਂ, ਗੱਡੀਆਂ, ਕਾਰਾਂ, ਹਵਾਈ ਜਹਾਜ਼, ਰੇਲਾਂ, ਇੰਟਰਨੈਟ ਸਿਸਟਮ, ਮੋਬਾਈਲ, ਕੰਪਿਊਟਰ, ਲੈਪਟਾਪ, ਪਤਾ ਨਹੀਂ ਕਿੰਨਾ ਕੁਝ ਉਹਨਾਂ ਨੇ ਬਣਾਇਆ ਇੰਜੀਨੀਅਰ ਲੋਕਾਂ ਨੇ। ਆਪਾਂ ਕਦੀ ਛੱਡਿਆ ਉਹਨੂੰ ਵੀ ਇਹ ਗੋਰਿਆਂ ਦਾ ਨਹੀਂ, ਆਪਾਂ ਨਹੀਂ ਵਰਤਣਾ। ਜਿਹੜੀ ਚੰਗੀ ਚੀਜ਼ ਹੈ ਸਾਡੇ ਕੰਮ ਆਉਣ ਵਾਲੀ, ਸੀ ਕਿਤੋਂ ਵੀ ਲੈ ਸਕਦੇ ਹਾਂ। ਮੁਸਲਮਾਨ ਕੋਲੋਂ ਵੀ ਲੈ ਸਕਦੇ ਹਾਂ, ਹਿੰਦੂ ਕੋਲੋਂ ਵੀ ਲੈ ਸਕਦੇ ਹਾਂ, ਈਸਾਈ ਕੋਲੋਂ ਵੀ ਲੈ ਸਕਦੇ ਹਾਂ। ਬੁਰਾਈ ਆਪਣੀ ਵੀ ਛੱਡ ਦੇਣੀ ਚਾਹੀਦੀ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਪੰਡਤ ਜੀ ਪੱਖਪਾਤ ਨਾ ਕਰਿਆ ਜੇ, ਦਲੀਲ ਨਾਲ ਗੱਲ ਕਰੋ, ਸਮਝੋ, ਵਿਚਾਰੋ ਉਹਨੂੰ। ਜਿਹੜੀ ਗੱਲ ਅਸੀਂ ਕਰ ਰਹੇ ਹਾਂ, ਅਸੀਂ ਸੰਸਕ੍ਰਿਤ ਦੀ ਨਿੰਦਾ ਨਹੀਂ ਕਰ ਰਹੇ, ਅਸੀਂ ਸੰਸਕ੍ਰਿਤ ਦਾ ਵੀ ਸਤਿਕਾਰ ਕਰਦੇ ਹਾਂ। ਪਰ ਤੁਹਾਨੂੰ ਇਹ ਦੱਸ ਦਈਏ ਵੀ ਜਿੰਨਾ ਚਿਰ ਸੰਸਕ੍ਰਿਤ ਦੀ ਆਮ ਬੋਲੀ ਤੁਸੀਂ ਕਥਾ ਨਹੀਂ ਕਰਦੇ, ਲੋਕਾਂ ਨੂੰ ਪਤਾ ਨਹੀਂ ਲੱਗਦਾ। ਹਾਂਜੀ, ਕਿਹ ਕੋ ਅਧਿਕਾਰ ਹੋਆ। ਸੰਸਕ੍ਰਿਤ ਦਾ ਅਧਿਕਾਰ ਸਾਰਿਆਂ ਨੂੰ ਤੁਸੀਂ ਨਹੀਂ ਦਿੱਤਾ ਹੋਇਆ। ਸੰਸਕ੍ਰਿਤ ਪੜ੍ਹਨ ਦਾ, ਵੇਦਾਂ ਨੂੰ ਪੜ੍ਹਨ ਦਾ ਅਧਿਕਾਰ ਜਾਂ ਬ੍ਰਾਹਮਣ ਨੂੰ ਹੈ ਜਾਂ ਖੱਤਰੀ ਨੂੰ ਹੈ। ਆਮ ਲੋਕਾਂ ਨੂੰ, ਨੀਵੀਆਂ ਜਾਤਾਂ ਨੂੰ ਤੁਸੀਂ ਦੂਜਿਆਂ ਨੂੰ ਨੀਵਾਂ ਸਮਝਦੇ ਹੋ, ਉਹਨਾਂ ਨੂੰ ਤੁਸੀਂ ਨਹੀਂ ਪੜ੍ਹਨ ਦਿੰਦੇ। ਵੈਸਾ ਸ਼ੂਦਰਾਂ ਨੂੰ ਤਾਂ ਬਿਲਕੁਲ ਨਹੀਂ ਪੜ੍ਹਨ ਦਿੰਦੇ। ਇਸਤਰੀ ਨੂੰ ਵੀ ਨਹੀਂ ਪੜ੍ਹਨ ਦਿੰਦੇ। ਇਸਤਰੀ ਨੂੰ ਵੀ ਵੇਦ ਪੜ੍ਹਨ ਦਾ ਹੱਕ ਨਹੀਂ ਤੁਸੀਂ ਦਿੱਤਾ। ਹਾਂਜੀ, ਸਭਿਤ ਸੁਣਾਵੋ ਨਾ ਹੈ। ਸਾਰਿਆਂ ਨੂੰ ਤੁਸੀਂ ਸੁਣਾਉਂਦੇ ਨਹੀਂ ਪੰਡਤ ਜੀ। ਵੇਦ ਸ਼ਾਸਤਰ ਦੀ ਕਥਾ ਬ੍ਰਾਹਮਣ ਨੂੰ ਸੁਣਾਓਗੇ ਜਾਂ ਖੱਤਰੀ ਨੂੰ ਸੁਣਾਓਗੇ, ਛੋਟੀਆਂ ਜਾਤਾਂ ਨੂੰ ਤੁਸੀਂ ਉਹ ਸੁਣਾਉਂਦੇ ਨਹੀਂ। ਹਾਂਜੀ, ਵਿੱਚ ਅਧਿਕਾਰਨ ਬੁੱਧ ਵੱਡ। ਔਰ ਤੁਸੀਂ ਇਸੇ ਚੱਕਰ 'ਚ ਪਏ ਰਹਿੰਦੇ ਹੋ ਬਈ ਅਧਿਕਾਰੀ ਹੋਵੇਗਾ, ਵੱਡੀ ਜਾਤ ਦਾ ਹੋਵੇਗਾ ਤਾਂ ਹੀ ਪੜ੍ਹਾਵਾਂਗੇ ਸੰਸਕ੍ਰਿਤ। ਹਾਂਜੀ, ਤਾਂ ਸਮਝ ਹੈ ਕਛ ਤਾਹੇ। ਤੇ ਜਿਹੜਾ ਉਹ ਖੱਤਰੀ ਜਾਂ ਬ੍ਰਾਹਮਣ, ਉਹ ਵੀ ਸਾਰੇ ਸਮਝ ਨਹੀਂ ਸਕਦੇ। ਸਾਰੇ ਖੱਤਰੀ ਤਾਂ ਸਿਆਣੇ ਨਹੀਂ ਹੁੰਦੇ, ਸਾਰੇ ਬ੍ਰਾਹਮਣ ਤਾਂ ਵਿਦਵਾਨ ਨਹੀਂ ਹੁੰਦੇ, ਸਾਰਿਆਂ ਦਾ ਦਿਮਾਗ ਤਾਂ ਤੇਜ਼ ਨਹੀਂ ਹੁੰਦਾ। ਜੇ ਮੰਨ ਲਓ ਹਿੰਦੁਸਤਾਨ ਦੇ ਵਿੱਚ 1 ਕਰੋੜ ਬ੍ਰਾਹਮਣ ਹੈ ਤਾਂ ਸਾਰੇ 1 ਕਰੋੜ ਬ੍ਰਾਹਮਣ ਤਾਂ ਤੇਜ਼ ਦਿਮਾਗ ਨਹੀਂ ਹੋਣੇ। ਉਹਨਾਂ ਵਿੱਚੋਂ ਕੁਝ ਮੋਟੀ ਬੁੱਧੀ ਵਾਲੇ ਵੀ ਹੋਣਗੇ, ਅਨਪੜ੍ਹ ਰਹਿਣ ਵਾਲੇ ਵੀ ਹੋਣਗੇ। ਯਾਨੀ ਬ੍ਰਾਹਮਣਾਂ ਸਾਰਿਆਂ ਦਾ ਵੀ ਤੁਹਾਡੀ ਸੰਸਕ੍ਰਿਤ ਨਾਲ ਕਲਿਆਣ ਨਹੀਂ ਹੁੰਦਾ ਪੰਡਤ ਜੀ। ਹਾਂਜੀ, ਸੁਮਤਿ ਵੰਤ ਅਭਿਆਸ ਹੀ। ਜਿਹੜੇ ਸਿਆਣੇ ਹੋਣਗੇ, ਬਹੁਤ ਤੇਜ਼ ਦਿਮਾਗ ਹੋਣਗੇ, ਸ਼ਾਰਪ ਦਿਮਾਗ ਹੋਵੇਗਾ, ਉਹ ਅਭਿਆਸ ਕਰਨਗੇ, ਸੰਸਕ੍ਰਿਤ ਪੜ੍ਹਨਗੇ। ਸਾਰੇ ਬ੍ਰਾਹਮਣ ਨਹੀਂ ਪੜ੍ਹ ਸਕਦੇ, ਸਾਰੇ ਖੱਤਰੀ ਵੀ ਨਹੀਂ ਪੜ੍ਹ ਸਕਦੇ। ਸ਼ੂਦਰਾਂ ਨੂੰ ਤੁਸੀਂ ਪੜ੍ਹ ਨਹੀਂ ਦਿੰਦੇ, ਨੀਵੀਆਂ ਜਾਤਾਂ ਨੂੰ ਤੁਸੀਂ ਪੜ੍ਹਨ ਨਹੀਂ ਦਿੰਦੇ, ਵੱਡੀਆਂ ਨੂੰ ਪੜ੍ਹਾਉਂਦੇ ਹੋ, ਉਹ ਸਾਰੇ ਪੜ੍ਹ ਨਹੀਂ ਸਕਦੇ। ਉਹਨਾਂ ਵਿੱਚ ਵੀ 5-10% ਹੀ ਸਿਆਣੇ ਪੰਡਤ। ਆ ਜਿਹੜੇ ਸ਼ਾਸਤਰ ਜੀ ਮੰਦਿਰਾਂ 'ਚ ਪੰਡਤ ਰੱਖੇ ਨਾ, ਸਵੇਰੇ ਸ਼ਾਮ ਪੂਜਾ ਕਰਨ ਵਾਲੇ, ਜਾਂ ਲੋਕਾਂ ਦਾ ਵਿਆਹ ਦਾ ਮੰਤਰ ਪੜ੍ਹ ਕੇ ਵਿਆਹ ਕਰਾ ਦੇਣਾ, ਜਾਂ ਕੋਈ ਬਾਬੇ ਦਾ ਭੋਗ ਪਾ ਦੇਣਾ, ਇਹ ਪੂਰੇ ਵਿਦਵਾਨ ਨਹੀਂ ਹੁੰਦੇ। ਇਹਨਾਂ ਨੂੰ ਤਾਂ ਸਿਰਫ 5-10-20-50 ਮੰਤਰ ਯਾਦ ਕੀਤੇ ਹੁੰਦੇ ਆ ਵੀ ਜੇ ਕੋਈ ਜੰਮ ਪਿਆ ਤੇ ਆਹ ਮੰਤਰ ਪੜ੍ਹ ਦੇਣਾ, ਜੇ ਕੋਈ ਫੇਰੇ ਲਾਵਾਂ ਕਰਨੇ ਤੇ ਆਹ ਪੜ੍ਹ ਦੇਣਾ, ਤੇ ਜੇ ਕਿਤੇ ਕੋਈ ਮਰ ਗਿਆ ਤੇ ਆਹ ਮੰਤਰ ਪੜ੍ਹ ਦੇਣਾ। 5-10-20 ਮੰਤਰ ਯਾਦ ਕੀਤੇ ਹੁੰਦੇ, ਉਹਨੇ ਕੁ ਹੁੰਦੇ। ਤੇ ਜੇ ਬਹੁਤ ਵੱਡੀ ਜਿਹੜੀ ਵਿੱਦਿਆ ਹੈ ਵੇਦਾਂ ਦੀ, ਸ਼ਾਸਤਰਾਂ ਦੀ, ਉਹ ਤਾਂ ਉਂਗਲਾਂ ਦੇ ਗਿਣੇ ਹੋਏ ਬੰਦੇ ਹੁੰਦੇ। ਮਹਾਰਾਜ ਕਹਿੰਦੇ, ਗੁਰੂ ਅਰਜਨ ਦੇਵ ਜੀ ਕਹਿੰਦੇ ਪੰਡਤ ਜੀ ਤੁਸੀਂ ਆਪ ਮੁਨਸਬ ਹੋ ਕੇ ਵਿਚਾਰੋ, ਇਮਾਨਦਾਰੀ ਨਾਲ, ਇਮਾਨਦਾਰੀ ਨਾਲ ਦੱਸੋ ਵੀ ਜਿੰਨੇ ਬਾਹਮਣਾਂ ਦੇ ਘਰ ਜੰਮੇ ਸਾਰੇ ਵਿਦਵਾਨ ਨੇ? ਨਹੀਂ। ਜਿੰਨੇ ਖੱਤਰੀਆਂ ਦੇ ਘਰ ਜੰਮੇ ਸਾਰੇ ਹੀ ਵੇਦਾਂ ਦੇ ਗਿਆਤਾ ਨੇ? ਨਹੀਂ। ਹਾਂਜੀ, ਤੋ ਪਟ ਜਾਣੈ ਸੋਏ। ਕੋਈ ਬਹੁਤ ਤੇਜ਼ ਦਿਮਾਗ ਖੱਤਰੀ ਹੋਵੇ ਜਾਂ ਬਹੁਤ ਤੇਜ਼ ਦਿਮਾਗ ਬ੍ਰਾਹਮਣ ਹੋਵੇ ਤਾਂ ਪੜ੍ਹੇਗਾ ਉਹ। ਸਾਰੇ ਬ੍ਰਾਹਮਣ ਥੋੜਾ ਵਿਦਵਾਨ ਬਣ ਜਾਣਗੇ ਵੇਦਾਂ ਸ਼ਾਸਤਰਾਂ ਦੇ। ਹਾਂਜੀ, ਕਰ ਅਭਿਆਸ ਕਮਾਏ ਕੋ। ਕੋਈ ਫਿਰ ਉਹਦੇ ਵਿੱਚੋਂ
ਯਾਨੀ 1 ਕਰੋੜ ਬ੍ਰਾਹਮਣ ਦੇ ਵਿੱਚੋਂ ਜੇ ਮੰਨ ਲਓ 1 ਲੱਖ ਪੰਡਤ ਪੜ੍ਹ ਗਿਆ, ਇੰਨਾ ਹੁੰਦਾ ਨਹੀਂ, ਪਰ ਜੇ ਮੰਨ ਲਓ ਪੜ੍ਹ ਵੀ 1 ਲੱਖ ਵੀ ਮੰਨ ਲਓ, ਉਹ 1 ਲੱਖ ਪੰਡਤ ਵਿਦਵਾਨ ਵੀ ਬਣ ਗਿਆ, ਉਹਦੇ ਵਿੱਚੋਂ ਭਗਤੀ ਕਰਕੇ ਕਮਾਈ ਕਰਕੇ ਅਭਿਆਸ ਕਰਕੇ ਉਸ ਮੰਜ਼ਿਲ ਤੱਕ ਪਹੁੰਚੇ, ਉਹ ਹੋਰ ਘੱਟ ਹੋਣਗੇ, ਸਾਰੇ ਨਹੀਂ ਪਹੁੰਚਣਗੇ। ਬਹੁਤੇ ਲੋਕ ਕਹਿਣਗੇ ਅਸੀਂ ਪੜ੍ਹੇ ਹੋਏ ਹਾਂ, ਬਸ ਇੰਨਾ ਹੀ ਬੜਾ, ਅਸੀਂ ਬਹੁਤ ਪੜ੍ਹੇ ਹੋਏ, ਹੰਕਾਰ 'ਚ ਫਿਰੀ ਜਾਣਗੇ। ਮੁਕਤੀ ਦਾ ਦੁਆਰਾ ਉਹਨਾਂ ਦਾ ਵੀ ਬੰਦ ਰਹੇਗਾ। ਹਾਂਜੀ, ਤਿਸ ਕੋ ਫਲ ਤਬ ਹੋਏ। ਜੇ ਉਹਨਾਂ ਵਿੱਚੋਂ 1 ਲੱਖ ਪੰਡਤਾਂ ਵਿੱਚੋਂ 1 ਕਰੋੜ ਵਿੱਚੋਂ ਮੰਨ ਲਓ 1 ਲੱਖ ਪੜ੍ਹਦਾ, ਵੈਸੇ ਪੜ੍ਹਦਾ ਨਹੀਂ, ਪਰ ਜੇ ਮੰਨ ਲਓ ਪੜ੍ਹ ਲਵੇ ਤੇ ਉਹਨਾਂ ਵਿੱਚੋਂ ਵੀ 5-7 ਹਜ਼ਾਰ ਬੰਦੇ ਅਭਿਆਸੀ ਹੋਣਗੇ। ਉਹਨਾਂ 5-7 ਹਜ਼ਾਰ ਅਭਿਆਸੀਆਂ ਵਿੱਚੋਂ ਵੀ ਪਹੁੰਚਣ ਵਾਲੇ 500-700 ਹੀ ਹੋਣਗੇ, ਕੋਈ ਪਹੁੰਚੇਗਾ। ਹਾਂਜੀ, ਲੱਖੋਂ ਮਹਿਨਰ ਪਾਏ ਕੋ। ਲੱਖਾਂ ਵਿੱਚੋਂ ਕੋਈ 1 ਬੰਦਾ ਮੁਕਤੀ ਪਾਵੇਗਾ, 1 ਬੰਦਾ ਕੋਈ ਪਹੁੰਚੇਗਾ ਟਿਕਾਣੇ ਤੇ, ਬਾਕੀ ਦੇ ਸਾਰੇ ਉਰੇ ਰਹਿ ਜਾਣਗੇ। ਸਕੂਲ 'ਚ ਜਿਵੇਂ ਬੱਚੇ ਪੜ੍ਹਦੇ, ਸਾਧ ਸੰਗਤ ਦੀ ਸਿੱਧੀ ਜੀ ਐਗਜ਼ਾਮਪਲ ਸਮਝ ਲਓ ਵੀ ਸਾਰੇ ਤਾਂ ਨਹੀਂ DC ਲੱਗ ਜਾਂਦੇ। ਪਿੰਡਾਂ 'ਚ ਆਪਣੇ ਬੱਚੇ, ਆਪਾਂ ਜਿੱਥੇ ਪੜ੍ਹ ਕੇ ਆਏ ਹਾਂ, ਸਾਡੇ ਨਾਲ ਹਜ਼ਾਰਾਂ ਬੱਚੇ ਪੜ੍ਹੇ, ਕਈ ਅਫਸਰ ਬਣ ਗਏ ਬੜੇ ਵੱਡੇ, ਤੇ ਕਈ ਵਿਚਾਰੇ ਉੱਦਾਂ ਹੀ ਰਹਿ ਗਏ, ਕਈਆਂ ਦੇ ਨੰਬਰ ਹੀ ਨਹੀਂ ਆਏ, ਕਿ ਫੇਲ ਹੀ ਹੋ ਗਏ, 8ਵੀਂ 7ਵੀਂ 'ਚ ਹੀ ਰਹਿ ਗਏ। ਸੋ ਸਾਰੇ ਨਹੀਂ ਪਹੁੰਚਦੇ, ਕੋਈ ਵਿਰਲਾ ਪਹੁੰਚਦਾ ਹੈ। ਹਾਂਜੀ, ਜੇ ਸਭ ਬਿਦ ਬਣ ਜਾਏ। ਜੇ ਸਭ ਤਰ੍ਹਾਂ ਨਾਲ ਪੂਰੀ ਸਿਰੇ ਲੱਗ ਜਾਵੇ ਗੱਲ ਕਿਸੇ ਦੀ, ਆਪਣੇ ਸ੍ਰੇਅ ਸੋ ਕਰ ਸਕੈ। ਉਹ ਵੀ ਬੰਦਾ ਆਪਣੀ ਮੁਕਤੀ ਕਰ ਸਕਦਾ, ਦੂਜੇ ਦੀ ਨਹੀਂ ਕਰ ਸਕਦਾ। ਆਪ ਪਹੁੰਚ ਗਿਆ ਪਰ ਦੂਜੇ ਨੂੰ ਨਹੀਂ ਪਹੁੰਚਾ ਸਕਦਾ ਉਹ। ਹਾਂਜੀ, ਅਪਰਨ ਕੋ ਕਿਆ ਪਾਏ। ਤੇ ਦੂਜਿਆਂ ਦਾ ਕੀ ਬਣੇਗਾ? ਜਿਹੜੇ ਅਨਪੜ੍ਹ ਰਹਿ ਗਏ, ਪਿੱਛੇ ਰਹਿ ਗਏ, ਨਹੀਂ ਪੜ੍ਹ ਸਕੇ, ਉਹਨਾਂ ਦਾ ਕੀ ਬਣੇਗਾ? ਫਿਰ ਉਹਨਾਂ ਦੀ ਮੁਕਤੀ ਕਿਵੇਂ ਹੋਵੇਗੀ? ਇਦਾਂ ਤਾਂ ਫਿਰ ਕਰੋੜਾਂ ਬੰਦੇ ਇਦਾਂ ਹੀ ਰਹਿ ਜਾਣਗੇ। ਹਾਂਜੀ, ਜਥਾ ਕੂਪ ਕੋ ਨੀਰ ਲੈ। ਜਿਵੇਂ ਪੰਡਤ ਜੀ ਖੂਹ ਦਾ ਪਾਣੀ ਲੈ ਕੇ ਇੱਕ ਨਰ ਬੋਵੈ ਖੇਤ। ਇੱਕ ਬੰਦਾ ਆਪਣੇ ਖੇਤਾਂ ਨੂੰ ਬੀਜ ਲੈਂਦਾ। ਪਿੰਡਾਂ 'ਚ ਖੂਹ ਲੱਗੇ ਹੁੰਦੇ, ਅੱਜ ਕੱਲ੍ਹ ਟਿਊਬਵੈੱਲ ਲੱਗੇ। ਸਾਧ ਸੰਗਤ, ਟਿਊਬਵੈੱਲ ਦਾ ਪਾਣੀ ਜਾਂ ਹਾਰਡ ਦਾ ਪਾਣੀ 5 ਕਿੱਲਿਆਂ ਨੂੰ, 10 ਕਿੱਲਿਆਂ ਨੂੰ, ਵੱਧ ਤੋਂ ਵੱਧ 20 ਕਿੱਲਿਆਂ ਨੂੰ ਲੱਗੇ। ਆਪਣੇ ਖੇਤ ਨੂੰ ਜ਼ਿਮੀਂਦਾਰ ਪਾਣੀ ਦੇ ਸਕਦਾ, ਖੂਹ ਦਾ ਪਾਣੀ। ਹਾਂਜੀ, ਸਿੰਚਤ ਸ਼ਰਮ ਕਰ ਨਿਤਾ ਪ੍ਰਤ। ਬਹੁਤ ਮਿਹਨਤ ਕਰਕੇ ਉਹ ਵੀ ਖੂਹ ਦਾ ਪਾਣੀ ਐਵੇਂ ਨਹੀਂ ਨਿਕਲਦਾ, ਬਹੁਤ ਖਰਚਾ ਕਰਨਾ ਪੈਂਦਾ। ਬਲਦਾਂ ਦੀ ਜੋਗ ਘੁਮਾਉਂਦੀ ਰਹਿੰਦੀ ਗੇੜ ਨੂੰ। ਅੱਜ ਕੱਲ੍ਹ ਮੋਟਰ ਲਾ ਲਓ, ਬਿਜਲੀ ਦਾ ਖਰਚਾ ਹੋਣਾ, ਜੇ ਉਹ ਪੰਪ ਲਾਏ ਹੋਣ ਦੂਜੇ ਤੇਲ ਵਾਲੇ, ਤਾਂ ਵੀ ਕੁਛ ਨਾ ਕੋਈ ਖਰਚਾ ਤਾਂ ਹੋਏਗਾ ਹੀ। ਫਿਰ ਉਹਦਾ ਖੂਹ ਦਾ ਪਾਣੀ, ਟਿਊਬਵੈੱਲ ਦਾ ਪਾਣੀ ਕਈ ਘੰਟਿਆਂ ਵਿੱਚ 1 ਕਿੱਲੇ ਨੂੰ ਲੱਗੇਗਾ। ਸਾਰੀ ਰਾਤ ਚੱਲਦਾ ਰਹੇ ਟਿਊਬਵੈੱਲ, ਤੇ ਸਵੇਰ ਤੱਕ ਮਸੀਂ 1-2 ਕਿੱਲਿਆਂ ਨੂੰ ਪਾਣੀ ਲੱਗਦਾ, ਤੇ ਬੜੀ ਮਿਹਨਤ ਹੈ। ਤੇ ਜੇ ਮੀਂਹ ਪੈ ਜਾਵੇ, ਆਖੋ ਸਤਿਨਾਮ ਸ੍ਰੀ ਵਾਹਿਗੁਰੂ, ਜੇ ਮੀਂਹ ਪੈ ਜਾਵੇ ਫਿਰ ਨਾ ਖਰਚਾ, ਨਾ ਮਿਹਨਤ, ਨਾ ਟਾਈਮ, ਸਭ ਕੁਝ ਹੋ ਗਿਆ। ਮਹਾਰਾਜ ਕਹਿੰਦੇ ਪੰਡਤ ਜੀ ਜਿਹੜੇ ਸੰਸਕ੍ਰਿਤ ਪੜ੍ਹਨਾ, ਇਹ ਸਮਝੋ ਖੂਹ ਦਾ ਪਾਣੀ ਹੈ। ਹਾਂਜੀ, ਤੋ ਕੁਛ ਨਿਜ ਕਰ ਲੇਤ। ਬੜੀ ਮਿਹਨਤ ਕਰਕੇ ਖੂਹ ਦੀ ਖੇਤੀ ਜਿਹੜੀ ਹੈ ਉਹ ਸਿਰੇ ਲੱਗਦੀ ਹੈ। ਥੋੜੇ ਬੜੇ ਦਾਣੇ ਘਰ 'ਚ ਆਉਂਦੇ ਆ, ਥੋੜੀ ਕਮਾਈ ਹੁੰਦੀ ਹੈ। ਹਾਂਜੀ, ਅਬ ਭਾਖਾ ਕੀ ਬਾਤ ਸੁਣ। ਤੇ ਜੇ ਮੀਂਹ ਪੈ ਜਾਏ ਤੇ ਫਿਰ ਮਾਲਾ ਮਾਲ ਹੋ ਜਾਂਦਾ, ਨਾ ਮਿਹਨਤ ਕਰਨੀ ਪਵੇ, ਨਾ ਪੈਸਾ ਖਰਚਣਾ ਪਵੇ, ਖੇਤ ਹਰੇ ਭਰੇ ਹੋ ਜਾਂਦੇ। ਇਹ ਜਿਹੜੀ ਗੁਰਬਾਣੀ ਹੈ ਨਾ, ਇਹ ਉੱਤੋਂ ਮੀਂਹ ਪਿਆ, ਪਰਮੇਸ਼ਰ ਨੇ ਪਾਇਆ, ਗੁਰੂ ਨਾਨਕ ਸਾਹਿਬ ਨੇ ਇਹ ਮੀਂਹ ਪਾਇਆ। ਇਹਦੇ ਨਾਲ ਤਾਂ ਸਭ ਦਾ ਹੀ ਭਲਾ ਹੋ ਜਾਣਾ, ਔਰ ਮਿਹਨਤ ਵੀ ਘੱਟ ਹੋਣੀ, ਕੋਈ ਮਿਹਨਤ ਹੋਣੀ ਨਹੀਂ। ਹਾਂਜੀ, ਸਰਬ ਜਾਤ ਅਧਿਕਾਰ। ਫਿਰ ਜਿਹੜਾ ਖੂਹ ਦਾ ਪਾਣੀ ਹੈ, ਵੇਦਾਂ ਸ਼ਾਸਤਰਾਂ ਦੀ ਵਿਦਿਆ, ਉਹ ਤੁਸੀਂ ਬ੍ਰਾਹਮਣਾਂ ਨੂੰ ਤੇ ਖੱਤਰੀਆਂ ਨੂੰ ਪੜ੍ਹਾਉਂਦੇ ਹੋ, ਦੂਜੀਆਂ ਜਾਤਾਂ ਨੂੰ ਪੜ੍ਹਾਉਂਦੇ ਨਹੀਂ। ਜਿਹੜਾ ਮੀਂਹ ਦਾ ਪਾਣੀ ਹੈ ਉਹ ਸਾਰਿਆਂ ਦੇ ਘਰਾਂ 'ਚ ਪੈਂਦਾ। ਮੀਂਹ ਦਾ ਗੁਰਬਾਣੀ ਤੇ ਸਾਰਿਆਂ ਨੂੰ, ਸਾਰੀ ਜਾਤਾਂ ਨੂੰ ਅਧਿਕਾਰ ਹੈ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਿੰਦੂ ਵੀ ਪੜ੍ਹ ਸਕਦਾ, ਮੁਸਲਮਾਨ ਵੀ ਪੜ੍ਹ ਸਕਦਾ, ਈਸਾਈ ਵੀ ਪੜ੍ਹ ਸਕਦਾ, ਬ੍ਰਾਹਮਣ ਵੀ ਪੜ੍ਹ ਸਕਦਾ, ਖੱਤਰੀ ਵੀ ਪੜ੍ਹ ਸਕਦਾ, ਵੈਸ਼ ਵੀ ਪੜ੍ਹ ਸਕਦਾ, ਸ਼ੂਦਰ ਵੀ ਪੜ੍ਹ ਸਕਦਾ, ਬ੍ਰਹਮਚਾਰੀ ਵੀ ਪੜ੍ਹ ਸਕਦਾ, ਗ੍ਰਸਤੀ ਵੀ ਪੜ੍ਹ ਸਕਦਾ, ਬਾਨਪ੍ਰਸਤ ਵੀ ਪੜ੍ਹ ਸਕਦਾ, ਸੰਨਿਆਸੀ ਵੀ ਪੜ੍ਹ ਸਕਦਾ। ਗੁਰਬਾਣੀ ਦਾ ਸਭ ਨੂੰ, ਕੁੱਲ ਦੁਨੀਆ ਨੂੰ ਅਧਿਕਾਰ ਹੈ। ਗੁਰੂ ਅਰਜਨ ਸਾਹਿਬ ਕਹਿੰਦੇ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਜਿੱਥੋਂ ਆਈ ਹੈ ਬੰਦੇ ਨੂੰ ਉੱਥੇ ਲੈ ਜਾਂਦੀ, ਸੱਚਖੰਡ 'ਚ। ਹਾਂਜੀ, ਲਗ ਦੀਰਘ ਬੁੱਧ ਸਭ ਸੁਣੈ। ਔਰ ਇਹਨੂੰ ਵੱਡੀ ਬੁੱਧੀ ਵਾਲੇ ਵਿਦਵਾਨ, ਜਿਨ੍ਹਾਂ ਦੀ ਬੁੱਧੀ ਬੜੀ ਤੇਜ਼ ਹੈ, ਉਹ ਵੀ ਸੁਣ ਕੇ ਸਮਝਦੇ ਆ।
ਜਿਨ੍ਹਾਂ ਵਿਚਾਰਿਆਂ ਦੀ ਬੁੱਧੀ ਘੱਟ ਹੈ, ਘੱਟ ਪੜ੍ਹੇ ਨੇ, ਉਹਨਾਂ ਨੂੰ ਵੀ ਸਮਝ ਆ ਜਾਂਦੀ ਹੈ। ਇਹ ਦੇਖੋ ਗੁਰਬਾਣੀ ਦੀ ਸ਼ਕਤੀ ਹੈ ਵੀ ਗੁਰਬਾਣੀ ਬਹੁਤ ਤੇਜ਼ ਬੁੱਧੀ ਵਾਲਾ ਉਹ ਵੀ ਸਮਝ ਜਾਂਦਾ, ਘੱਟ ਬੁੱਧੀ ਵਾਲਾ ਉਹ ਵੀ ਸੁਣੇ ਉਹਨੂੰ ਵੀ ਸਮਝ ਆ ਜਾਂਦੀ। ਥੋੜਾ ਜਿਹਾ ਪਿਆਰ ਨਾਲ ਅਰਦਾਸ ਕਰਕੇ ਬਹਿ ਜਾਵੇ ਸਿੱਖ ਮਹਾਰਾਜ ਦਾਬਿਆ, ਘੰਟਾ 2 ਘੰਟੇ ਪਾਠ ਕਰੇ, ਤੁਹਾਨੂੰ ਆਪੇ ਰਸਤਾ ਮਿਲਣਾ, ਆਪੇ ਹੀ ਗੁਰਬਾਣੀ ਦੱਸੇਗੀ ਕੀ ਉਪਦੇਸ਼ ਆ ਰਿਹਾ। ਹਾਂਜੀ, ਸਮਝੈ ਸਾਰੇ ਅਸਾਰ, ਸਭ ਗੱਲਾਂ ਦਾ ਸਾਰ ਅਸਾਰ ਦਾ, ਚੰਗੇ ਦਾ ਮਾੜੇ ਦਾ ਪਤਾ ਲੱਗ ਜਾਏਗਾ ਵੀ ਇਹ ਬੁਰਾ ਹੈ, ਇਹ ਭਲਾ ਹੈ। ਹਾਂਜੀ, ਬਹੁਤ ਨਹੀਂ ਅਭਿਆਸ ਚਹੈ, ਔਰ ਬਹੁਤੀ ਮਿਹਨਤ ਕਰਨ ਦੀ ਵੀ ਲੋੜ ਨਹੀਂ, ਬਹੁਤਾ ਅਭਿਆਸ ਨਹੀਂ, ਥੋੜੇ ਅਭਿਆਸ ਨਾਲ ਹੀ ਗੁਰਬਾਣੀ ਆ ਜਾਂਦੀ ਹੈ। 5-4 ਮਹੀਨੇ ਤੁਸੀਂ ਕਿਸੇ ਕੋਲੋਂ ਸੰਥਿਆ ਲੈ ਲਓ, 6 ਮਹੀਨੇ ਚੰਗੇ ਪਾਠੀ ਬਣ ਜਾਂਦੇ। ਤੇ ਵੇਦ ਸ਼ਾਸਤਰ ਪੜ੍ਹਨੇ ਹੋਣ ਤਾਂ 18-18 ਸਾਲ ਲੱਗ ਜਾਂਦੇ, ਉਹ ਵੀ ਕਾਸ਼ੀ ਜਾ ਕੇ। ਤੇ ਉੱਥੇ ਫਿਰ 18-18 ਸਾਲ ਪੜ੍ਹ ਕੇ ਵੀ ਫਿਰ ਵੀ ਹੰਕਾਰ ਆ ਜਾਵੇ ਵੀ ਮੈਂ ਬੜਾ ਪੜ੍ਹਿਆ ਲਿਖਿਆ, ਕੀਤਾ ਕਰਾਇਆ ਸਾਰਾ ਖਤਮ। ਹਾਂਜੀ, ਥੋੜੇ ਦਿਨ ਮਹਿ ਜਾਨ, ਥੋੜੇ ਦਿਨਾਂ ਵਿੱਚ ਹੀ ਗੁਰਬਾਣੀ ਦਾ ਗਿਆਨ ਮਹਾਰਾਜ ਕਹਿੰਦੇ ਅਸੀਂ ਦੇ ਦਿੰਦੇ ਸਾਰਿਆਂ ਨੂੰ। ਹਾਂਜੀ, ਊਚ ਨੀਚ ਪਠ ਕਿਦੋ ਸੁਣ, ਭਾਵੇਂ ਕੋਈ ਬ੍ਰਾਹਮਣ ਹੋਵੇ ਭਾਵੇਂ ਕੋਈ ਸ਼ੂਦਰ ਹੋਵੇ, ਊਚ ਨੀਚ ਦਾ ਵੀ ਕੋਈ ਵਿਚਾਰ ਨਹੀਂ, ਕੋਈ ਵੀ ਪੜ੍ਹ ਸਕਦਾ ਇਸ ਨੂੰ। ਹਾਂਜੀ, ਭਗਤ ਕਰਹਿ ਹਿਤ ਠਾਨ, ਗੁਰਬਾਣੀ ਪੜ੍ਹ ਕੇ ਪ੍ਰੇਮ ਨਾਲ ਭਗਤੀ ਕਰੇ, ਵਾਹਿਗੁਰੂ ਵਾਹਿਗੁਰੂ ਜਪੇ, ਪ੍ਰਮਾਤਮਾ ਦੇ ਪਿਆਰ ਵਿੱਚ ਆ ਜਾਵੇ ਤੇ ਬਸ ਉਹਦਾ ਬੇੜਾ ਪਾਰ ਹੋ ਜਾਂਦਾ, ਮੁਕਤੀ ਹੋ ਜਾਂਦੀ ਹੈ। ਪੰਡਤ ਜੀ, ਸਭ ਪਾਵ ਹੈ ਕਲਿਆਣ ਕੋ, ਇਹ ਗੁਰਬਾਣੀ ਪੜ੍ਹ ਕੇ ਸਾਰਿਆਂ ਦੀ ਕਲਿਆਣ ਹੁੰਦੀ ਹੈ। ਜਾਤ ਸਨਾਤ ਅਨੇਕ, ਵੱਡੀਆਂ ਛੋਟੀਆਂ ਸਾਰੀਆਂ ਜਾਤਾਂ ਦਾ ਭਲਾ ਹੁੰਦਾ। ਜਾਤ ਸਨਾਤੀ ਸੇਵਕ ਹੋਏ, ਤਾਕਾ ਕਹਿਣਾ ਕਹੋ ਨ ਕੋਏ। ਜਾਤ ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਣੀਆਂ ਪਹਿਰੈ ਸੋਏ। ਮਹਾਰਾਜ ਕਹਿੰਦੇ ਉੱਚੀ ਜਾਤ ਵਾਲਾ ਜੇ ਪੜ੍ਹੇ ਤਾਂ ਉਹਦੇ ਕਿਆ ਕਹਿਣੇ, ਜਿਹੜਾ ਨੀਵੀਂ ਜਾਤ ਵਾਲਾ ਵੀ ਪੜ੍ਹੇ ਤਾਂ ਉਹਦਾ ਵੀ ਕਲਿਆਣ ਹੈ, ਮੈਂ ਉਹਦੇ ਵੀ ਚਰਨਾਂ ਦੇ ਜੋੜੇ ਬਣਨ ਨੂੰ ਤਿਆਰ ਹਾਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਣੀਆਂ ਪਹਿਰੈ ਸੋਏ। ਪਣੀਆਂ ਜੁੱਤੀ ਨੂੰ ਕਹਿੰਦੇ, ਪੈਰ ਦੇ ਜੋੜੇ ਨੂੰ ਕਹਿੰਦੇ। ਜੇ ਕੋਈ ਨੀਵੀਂ ਜਾਤ ਦਾ ਵੀ ਮਹਾਰਾਜ ਦਾ ਪਰਮੇਸ਼ਰ ਦਾ ਸੇਵਕ ਬਣ ਗਿਆ, ਭਾਈ ਭਗਤ ਰਵਿਦਾਸ ਜੀ ਹੋ ਗਏ, ਭਗਤ ਨਾਮਦੇਵ ਜੀ ਛੀਂਬੇ ਸਨ, ਕਬੀਰ ਜੀ ਜੁਲਾਹੇ ਸਨ, ਧੰਨਾ ਜੀ ਜੱਟ ਸਨ, ਸਧਨਾ ਜੀ ਕਸਾਈ ਸਨ, ਬੇਣੀ ਜੀ ਬ੍ਰਾਹਮਣ ਸਨ। ਇਹ ਜਿਹੜੇ ਬਾਣੀ 'ਚ ਬੈਠੇ ਭਗਤ ਨੇ ਮਹਾਂਪੁਰਸ਼, ਵੱਖਰੀਆਂ ਵੱਖਰੀਆਂ ਜਾਤਾਂ ਦੇ। ਮਹਾਰਾਜ ਕਹਿੰਦੇ ਭਾਵੇਂ ਕੋਈ ਨੀਵੀਂ ਤੋਂ ਨੀਵੀਂ ਜਾਤ ਦਾ ਵੀ ਹੋਵੇ, ਮੈਂ ਆਪਣੇ ਚਮੜੇ ਦੇ ਜੋੜੇ ਬਣਾ ਕੇ ਉਹਦੇ ਪੈਰਾਂ 'ਚ ਪਾਉਣ ਨੂੰ ਤਿਆਰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੇਰੇ ਚਮੜੇ ਦੀਆਂ ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡਾਉਂਦੇ, ਮੇਰੀ ਖੱਲ ਦੇ ਮੋਜੜੇ ਹੋਣ, ਗੁਰਸਿੱਖਾਂ ਦੇ ਪੈਰਾਂ 'ਚ ਪਏ ਹੋਣ। ਮੋਜੜੇ ਕਹਿੰਦੇ ਨੇ ਪੰਜਾਬੀ 'ਚ ਮੋਜੇ ਸ਼ਬਦ ਵਰਤੇ, ਮੋਜੇ ਜੁੱਤੀਆਂ ਨੂੰ ਖੋਸੇ ਵੀ ਕਹਿ ਦਿੰਦੇ ਆ, ਜੁੱਤੇ ਵੀ ਕਹਿ ਦਿੰਦੇ ਆ, ਜੁੱਤੀ ਵੀ ਕਹਿ ਦਿੰਦੇ ਆ, ਜੋੜਾ ਵੀ ਕਹਿ ਦਿੰਦੇ ਆ, ਚਰਨਦਾਸੀ ਵੀ ਕਹਿ ਦਿੰਦੇ ਆ। ਸੋ ਮਹਾਰਾਜ ਕਹਿੰਦੇ ਪਣੀਆਂ ਮੈਂ ਆਪਣੇ ਸਰੀਰ ਦੀ ਜੁੱਤੀ ਬਣਾ ਕੇ ਪਾਵਾਂ, ਆਪਣੀ ਚਮੜੀ ਦੀ ਜੁੱਤੀ ਬਣਾ ਕੇ ਉਹਦੇ ਪੈਰੀ 'ਚ ਪਾ ਲਿਆ, ਜਿਹੜਾ ਪਰਮੇਸ਼ਰ ਦੀ ਭਗਤੀ ਕਰ ਰਿਹਾ। ਹਾਂਜੀ, ਸਿਮਰਨ ਕਰ ਸਤਨਾਮ, ਜਿਹੜਾ ਵੀ ਪ੍ਰਮਾਤਮਾ ਦਾ ਸਤਨਾਮ ਸ੍ਰੀ ਵਾਹਿਗੁਰੂ ਜਪਦਾ ਹੈ। ਹਾਂਜੀ, ਕੋ ਸਾਰ ਸਾਰ ਵਿਵੇਕ, ਜਿਹੜਾ ਸਿਮਰਨ ਕਰੇਗਾ ਉਹਨੂੰ ਗਿਆਨ ਹੋਵੇਗਾ, ਉਹਨੂੰ ਸਮਝ ਆਵੇਗੀ ਸਾਰ ਦੀ ਅਸਾਰ ਦੀ। ਸਾਰ ਕੀ ਹੈ, ਅਸਾਰ ਕੀ ਹੈ? ਸਾਰ ਕਹਿੰਦੇ ਨੇ ਜੋ ਤੱਤ ਹੋਵੇ, ਜਿਵੇਂ ਸਾਧ ਸੰਗਤ ਜੀ ਦੁੱਧ ਦੇ ਵਿੱਚੋਂ ਆਪਾਂ ਮਧਾਣੀ ਪਾ ਕੇ ਰਿੜਕ ਕੇ ਸਾਰ ਕੱਢ ਲੈਂਦੇ, ਮੱਖਣ, ਤਿਲਾਂ ਦੇ ਵਿੱਚੋਂ ਸਾਰ ਕੱਢ ਲੈਂਦੇ ਤੇਲ। ਇਸੇ ਤਰ੍ਹਾਂ ਹੀ ਇਹ ਸੰਸਾਰ ਦੇ ਵਿੱਚ ਸਾਰ ਕੀ ਹੈ? ਆਤਮਾ ਗਿਆਨ, ਬ੍ਰਹਮ ਗਿਆਨ, ਉਹ ਸਾਰ ਹੈ। ਅਸਾਰ ਕੀ ਹੈ? ਲੱਸੀ। ਆ ਜਿਹੜੀ ਦੁਨੀਆ ਸਾਰੀ ਮਾਇਆ, ਇਹ ਲੱਸੀ ਹੈ ਸਾਰੀ ਝੂਠੀ, ਇੱਥੇ ਰਹਿ ਜਾਣੀ। ਇਹ ਸਰੀਰ ਵੀ ਝੂਠਾ, ਇਹ ਮਾਇਆ ਵੀ ਝੂਠੀ ਹੈ। ਇਹ ਗਿਆਨ ਗੁਰਬਾਣੀ 'ਚੋਂ ਆਉਂਦਾ। ਜਦੋਂ ਗੁਰਬਾਣੀ ਪੜ੍ਹਾਂਗੇ, ਗੁਰਬਾਣੀ ਸੁਣਾਂਗੇ, ਫਿਰ ਸਮਝ ਆਏਗੀ ਵੀ ਇੱਕ ਆਤਮਾ ਨੂੰ ਛੱਡ ਕੇ ਬਾਕੀ ਸਾਰੀ ਲੱਸੀ ਹੈ, ਆਤਮਾ ਹੀ ਮੱਖਣ ਹੈ। ਹਾਂਜੀ, ਜੈਸੇ ਜਲ ਤਰੁ ਮੱਡ ਕੈ, ਜਿਵੇਂ ਹਾਂਜੀ ਜੈਸੇ ਜਲ ਤਰੁ ਮੱਡ ਕੈ, ਜਿਵੇਂ ਬੱਦਲ ਉਮੜ ਕੇ ਆਉਂਦੇ, ਸਮੁੰਦਰ 'ਚੋਂ ਪਾਣੀ ਵਾਸ਼ਪੀਕਰਨ ਹੋ ਕੇ ਬੱਦਲਾਂ ਦੇ ਰਾਹੀਂ ਉਮੜ ਕੇ ਆਉਂਦਾ। ਹਾਂਜੀ, ਵਰਖਾ ਕਰੇ ਕਸਾਰ, ਬੜੀ ਵਰਖਾ ਹੁੰਦੀ, ਬੜਾ ਮੀਂਹ ਪੈਂਦਾ, ਇੱਕ ਸਾਰ ਮੀਂਹ ਪੈਂਦਾ। ਹਾਂਜੀ, ਸੁਧ ਮਲਿਨ ਉੱਚ ਨੀਚ ਥਲ, ਭਾਵੇਂ ਜਗ੍ਹਾ ਸਾਫ਼ ਹੋਵੇ ਭਾਵੇਂ ਜਗ੍ਹਾ ਮੈਲੀ ਹੋਵੇ,
ਉੱਚੀ ਹੋਵੇ ਭਾਵੇਂ ਨੀਵੀਂ ਹੋਵੇ, ਬੱਦਲ ਨਹੀਂ ਦੇਖਦਾ, ਉਹ ਇੱਕੋ ਜਿਹਾ ਹੀ ਪੈਂਦਾ। ਬੱਦਲ ਜਿਹੜਾ ਨਾ, ਉਹਨੇ ਇਹ ਨਹੀਂ ਦੇਖਣਾ ਮੈਂ ਟਿੱਬੇ ਤੇ ਨਹੀਂ ਪੈਣਾ, ਜਾਂ ਮੈਂ ਟੋਏ 'ਚ ਨਹੀਂ ਪੈਣਾ, ਜਾਂ ਮੈਂ ਸਾਫ਼ ਥਾਂ ਤੇ ਪੈਣਾ, ਗੰਦੀ ਥਾਂ ਤੇ ਨਹੀਂ ਪੈਣਾ। ਮੀਂਹ ਦਾ ਪਾਣੀ ਸਭ ਥਾਵਾਂ ਤੇ ਪੈ ਜਾਂਦਾ। ਇੱਦਾਂ ਗੁਰਬਾਣੀ ਸਭ ਦਾ ਹੀ ਭਲਾ ਕਰ ਦਿੰਦੀ ਹੈ, ਸਭ ਦਾ ਹੀ ਭਲਾ ਕਰ ਦਿੰਦੀ ਹੈ। ਹਾਂਜੀ, ਜਲ ਪ੍ਰਾਪਤ ਪਰ ਧਾਰ। ਜਦ ਬੱਦਲ ਦਾ ਸੁਭਾਅ ਹੈ ਇੱਕੋ ਜਿਹੀ ਵਰਖੇਗਾ, ਇਹ ਨਹੀਂ ਵੀ ਕਿਤੇ ਘੱਟ ਵਰਖੇ ਕਿਤੇ ਜ਼ਿਆਦਾ, ਉਹਨੇ ਦੇਖਣਾ ਨਹੀਂ, ਉਹਨੇ ਵਸ ਜਾਣਾ। ਇੱਦਾਂ ਗੁਰੂ ਕੀ ਬਾਣੀ ਨੇ ਕਿਸੇ ਦੀ ਜਾਤ ਨਹੀਂ ਦੇਖਣੀ, ਕਿਸੇ ਦਾ ਧਰਮ ਨਹੀਂ ਦੇਖਣਾ, ਕਿਸੇ ਦੀ ਨਸਲ ਨਹੀਂ ਦੇਖਣੀ। ਜਿਹੜਾ ਵੀ ਪ੍ਰਾਣੀ ਮਾਤਰ ਗੁਰਬਾਣੀ ਦੇ ਨਾਲ ਜੁੜ ਗਿਆ, ਭਾਵੇਂ ਉਹ ਪੰਜਾਬੀ ਹੋਵੇ, ਭਾਵੇਂ ਬੰਗਾਲੀ ਹੋਵੇ, ਭਾਵੇਂ ਅਮਰੀਕਨ ਹੋਵੇ, ਭਾਵੇਂ ਕੈਨੇਡੀਅਨ ਹੋਵੇ, ਅਫਰੀਕਨ ਹੋਵੇ, ਭਾਵੇਂ ਕਿਸੇ ਹੋਰ ਦੇਸ਼ ਦਾ ਹੋਵੇ, ਜਿਹੜਾ ਵੀ ਗੁਰਬਾਣੀ ਨਾਲ ਜੁੜ ਗਿਆ, ਜੋ ਜੋ ਪ੍ਰਾਣੀ, ਉਹਦਾ ਕਲਿਆਣ ਗੁਰਬਾਣੀ ਕਰ ਦੇਗੀ। ਹਾਂਜੀ, ਪਸ ਪੰਛੀ ਸਭ ਥਲ ਵਿਖੈ। ਜਿਵੇਂ ਮੀਂਹ ਪਸ਼ੂਆਂ ਵਾਸਤੇ ਵੀ ਹੈ, ਪੰਛੀਆਂ ਵਾਸਤੇ ਵੀ ਹੈ, ਇਨਸਾਨਾਂ ਵਾਸਤੇ ਵੀ ਮੀਂਹ ਨੇ ਤਾਂ ਪੈਣਾ ਹੀ ਪੈਣਾ, ਸਭ ਨੂੰ ਨਵਾਂ ਜੀਵਨ ਦੇਣਾ। ਇਸੇ ਤਰ੍ਹਾਂ ਗੁਰਬਾਣੀ ਨੇ ਸਾਨੂੰ ਰੂਹਾਨੀਅਤ ਦੇਣੀ ਹੈ। ਹਾਂਜੀ, ਸੁਖ ਪਾਇਓ ਸਭ ਜੀਵ। ਸਾਰਿਆਂ ਨੂੰ ਸੁੱਖ ਮਿਲਦਾ ਹੈ। ਬਨ ਤਰਨ ਹਰੀ ਆਵਨ ਭਏ। ਬਨ ਤਰਨ ਜੰਗਲ ਵੀ ਸਾਰਾ ਕੁਝ ਹਰਾ ਭਰਾ ਹੋ ਜਾਂਦਾ ਹੈ। ਹਾਂਜੀ, ਤਪਤ ਮਿਟੀ ਹਿਤ ਥੀਵ। ਤਪਸ਼ ਮਿਟ ਜਾਂਦੀ ਹੈ, ਸਭ ਦਾ ਭਲਾ ਹੁੰਦਾ ਹੈ। ਪੁਰ ਗ੍ਰਾਮਨ ਖੇਤਨ ਵਿਖੈ। ਪਿੰਡਾਂ ਗ੍ਰਾਮਾਂ ਸ਼ਹਿਰਾਂ ਖੇਤਾਂ ਵਿੱਚ ਸਭ ਪ੍ਰਮੋਦਤ ਇੱਕ ਸਾਰ। ਸਾਰੇ ਹਰੇ ਭਰੇ ਹੋ ਜਾਂਦੇ ਨੇ, ਇੱਕਦਮ ਹੀ ਠੰਡ ਪੈ ਜਾਂਦੀ ਮੀਂਹ ਪੈਣ ਨਾਲ। ਹਾਂਜੀ, ਤ੍ਰਿਪਤ ਭਏ ਇੱਕ ਬਾਰ ਹੀ। ਇੱਕੋ ਵਾਰੀ ਸਾਰੇ ਤ੍ਰਿਪਤ ਹੋ ਜਾਂਦੇ ਮੀਂਹ ਪੈਣ ਨਾਲ। ਜਹ ਕਹਿ ਜੈਕਾਰ। ਜਿੱਥੇ ਕਿੱਥੇ ਜੈ ਜੈਕਾਰ ਹੁੰਦੀ ਹੈ। ਹਾਂਜੀ, ਸ੍ਰੀ ਗੁਰ ਕੀ ਬਾਣੀ ਤਥਾ। ਇਸੇ ਤਰ੍ਹਾਂ ਪੰਡਤ ਜੀ ਗੁਰੂ ਦੀ ਬਾਣੀ ਹੈ, ਸਭ ਜਾਤਨ ਇੱਕ ਸਾਰ। ਸਾਰੀਆਂ ਜਾਤਾਂ ਨੂੰ ਇੱਕੋ ਜਿਹਾ ਹੀ ਆਨੰਦ ਦਿੰਦੀ ਹੈ। ਹਾਂਜੀ, ਊਚ ਨੀਚ ਪਠ ਕਿਦੋ ਸੁਨ। ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਸ਼ੂਦਰ ਹੈ, ਕੋਈ ਖੱਤਰੀ ਹੈ, ਭਾਵੇਂ ਕੋਈ ਵੈਸ਼ ਹੈ, ਜਿਹੜੀਆਂ ਵੀ ਜਾਤਾਂ ਦਾ ਕੋਈ ਨਿਸ਼ਾਨ ਹੈ, ਹਾਂਜੀ ਪੜ੍ਹ ਲਵੇ ਗੁਰਬਾਣੀ, ਸੁਣ ਲਵੇ, ਭਏ ਸ਼੍ਰੇ ਅਧਿਕਾਰ। ਉਹਦਾ ਕਲਿਆਣ ਹੋਵੇਗਾ, ਮੁਕਤੀ ਹੋਵੇਗੀ, ਉਹਨੂੰ ਉਹਦਾ ਕਲਿਆਣ ਗੁਰਬਾਣੀ ਕਰ ਦੇਗੀ। ਹਾਂਜੀ, ਮਲਿਨ ਕਿਦੋ ਸਚ ਹੋਏ ਕਰ। ਭਾਵੇਂ ਕੋਈ ਮੈਲਾ ਹੋਵੇ, ਭਾਵੇਂ ਕੋਈ ਸੁੱਚਾ ਹੋਵੇ। ਹਾਂਜੀ, ਸਿਮਰਹਿ ਸ੍ਰੀ ਸਤਨਾਮ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜਪੇ। ਹਾਂਜੀ, ਪ੍ਰਾਪਤ ਹੋਵਹਿ ਮੁਕਤ ਤਿਨ। ਉਹਨੂੰ ਮੁਕਤੀ ਪ੍ਰਾਪਤ ਹੋ ਹੀ ਜਾਣੀ ਹੈ। ਵਾਹਿਗੁਰੂ ਕਹਿਣ ਨਾਲ ਉਹਦਾ ਕੰਮ ਬਣਨਾ ਹੀ ਬਣਨਾ। ਹਾਂਜੀ, ਬਿਦ ਸੁਖੇਨ ਅਬਿਰਾਮ। ਸੌਖੇ ਤਰੀਕੇ ਨਾਲ ਹੀ, ਬਹੁਤ ਸੌਖਾ ਹੀ ਤਰ ਜਾਏਗਾ, ਸੰਸਾਰ ਸਾਗਰ ਤੋਂ ਪਰੇ ਲੰਘ ਜਾਏਗਾ। ਬਸ ਪ੍ਰੇਮ ਨਾਲ ਜਪੇ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ, ਜਲ ਧਰ ਵਰਖਾ ਅਦਕ ਹੋਆ। ਜਦੋਂ ਜ਼ੋਰ ਨਾਲ ਮੀਂਹ ਪੈਂਦਾ ਹੈ, ਕਿਦੋਂ ਕੂਪ ਜਲ ਹੋਏ। ਭਾਵੇਂ ਮੀਂਹ ਪਵੇ ਜ਼ੋਰ ਦਾ, ਜਾਂ ਫਿਰ ਖੂਹ ਚੋਂ ਪਾਣੀ ਕੱਢ ਕੇ ਲਾਈਏ ਖੇਤਾਂ ਨੂੰ। ਹਾਂਜੀ, ਪੰਡਿਤ ਕਹੋ ਵਿਚਾਰ ਕੈ। ਇਹ ਪੰਡਤ ਜੀ ਤੁਸੀਂ ਦੋਵਾਂ ਦਾ ਵਿਚਾਰ ਕਰਕੇ ਦੱਸੋ। ਪੱਖ ਨਾ ਕੀਜੈ ਕੋਏ। ਪੱਖ ਨਾ ਕਰਿਆ ਜੇ, ਇਹ ਨਾ ਸੋਚਿਆ ਜੇ ਵੀ ਅਸੀਂ ਤੁਹਾਡੀ ਗੱਲ ਕੱਟ ਰਹੇ ਹਾਂ, ਅਸੀਂ ਤੁਹਾਡੀ ਗੱਲ ਦਾ ਵੀ ਸਤਿਕਾਰ ਕਰ ਰਹੇ। ਖੇਤੀ ਤਾਂ ਉਗਣੀ ਹੈ ਪਾਣੀ ਨਾਲ, ਖੂਹ ਦੇ ਨਾਲ ਵੀ ਉਗਣੀ ਹੈ, ਖੂਹ ਦੇ ਪਾਣੀ ਨਾਲ ਵੀ ਖੇਤੀ ਹਰੀ ਹੋਣੀ ਹੈ, ਤੇ ਮੀਂਹ ਦੇ ਪਾਣੀ ਨਾਲ ਵੀ ਹੋਣੀ। ਪਰ ਸੌਖਾ ਕਿਹੜਾ? ਸੌਖਾ ਤਾਂ ਮੀਂਹ ਦਾ ਹੀ ਹੈ। ਸੋ ਪੰਡਤ ਜੀ ਵੇਦ ਸ਼ਾਸਤਰ ਠੀਕ ਹਨ, ਉਹਨਾਂ ਵਿੱਚ ਵੀ ਰੱਬ ਦਾ ਗਿਆਨ ਹੈ, ਪਰ ਉਹਨੂੰ ਤੁਸੀਂ ਲੋਕਾਂ ਨੇ ਆਪਣੇ ਕਬਜ਼ੇ 'ਚ ਕਰ ਲਿਆ। ਹਰ ਇੱਕ ਨੂੰ ਪੜ੍ਹਨ ਜੋਗਾ ਨਹੀਂ ਛੱਡਿਆ, ਹਰ ਕੋਈ ਪੜ੍ਹ ਨਹੀਂ ਸਕਦਾ, ਹਰ ਕਿਸੇ ਨੂੰ ਅਧਿਕਾਰ ਨਹੀਂ ਦਿੱਤਾ। ਗੁਰਬਾਣੀ ਦਾ ਅਧਿਕਾਰ ਸਭ ਨੂੰ ਦਿੱਤਾ ਗੁਰੂ ਨਾਨਕ ਸਾਹਿਬ ਨੇ। ਇਸ ਕਰਕੇ ਇਹ ਮੀਂਹ ਦੀ ਵਰਖਾ ਉੱਤੋਂ ਹੀ ਹੋਈ ਹੈ, ਇਹਦਾ ਲਾਭ ਲਵੋ। ਸੋ ਪਾਤਸ਼ਾਹ ਸਮਝਾ ਰਹੇ ਨੇ ਪੰਡਤ ਨੂੰ। ਸੋ ਇਹ ਸਾਧ ਸੰਗਤ ਜੀ ਸਾਨੂੰ ਵੀ ਸਮਝਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਸਾਨੂੰ ਉਹ ਗਿਆਨ ਜਿਹੜਾ ਹਜ਼ਾਰਾਂ ਸਾਲ ਲੱਖਾਂ ਸਾਲ ਬ੍ਰਾਹਮਣਾਂ ਨੇ ਆਪਣੇ ਕਬਜ਼ੇ 'ਚ ਕਰਕੇ ਰੱਖਿਆ ਸੀ, ਉਹ ਕਿਸੇ ਨੂੰ ਪਰਮਾਤਮਾ ਦੇ ਨੇੜੇ ਜਾਣ ਨਹੀਂ ਸੀ ਦਿੰਦੇ। ਉਹ ਕਹਿੰਦੇ ਸੀ ਸਿਰਫ ਬ੍ਰਾਹਮਣ ਦਾ ਹੀ ਅਧਿਕਾਰ ਹੈ, ਦਵਿਜ ਜਾਤੀਆਂ ਦਾ ਹੀ ਅਧਿਕਾਰ ਹੈ। ਗੁਰੂ ਸਾਹਿਬ ਨੇ ਸਾਡੇ ਲਈ ਬੜੇ ਸੌਖੇ ਸ਼ਬਦਾਂ 'ਚ ਪ੍ਰਗਟ ਕਰਤਾ ਹੋ ਗਿਆ। ਅਫਸੋਸ ਇਸ ਗੱਲ ਦਾ ਕਿ ਅਸੀਂ ਵੀ ਮੱਥਾ ਹੀ ਟੇਕ ਕੇ ਛੱਡ ਜਾਣਾ। ਅਸੀਂ ਉਹਨਾਂ ਸੌਖਾ ਗਿਆਨ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ ਪੜ੍ਹ ਸਕੇ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਮੱਥਾ ਟੇਕਿਆ, ਚਲੋ ਜੀ
ਕੜਾ ਪ੍ਰਸ਼ਾਦ ਦੀ ਦੇਗ ਲਈ। ਚਲੋ ਐਤਵਾਰ ਨੂੰ ਆਏ, ਲੰਗਰ ਪ੍ਰਸ਼ਾਦਾ ਛਕਿਆ, ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ ਨਹੀਂ ਸੁਣੀ। ਤੇ ਫਿਰ ਅਸੀਂ ਕਹਿੰਦੇ ਹਾਂ ਅਸੀਂ ਸਿੱਖਿਆ। ਸਿੱਖ ਦਾ ਮਤਲਬ ਹੁੰਦਾ ਸਿੱਖਣ ਵਾਲਾ। ਸਿੱਖਦੇ ਸ੍ਰੀ ਜਪਜੀ ਸਾਹਿਬ ਦਾ ਪਾਠ ਵੀ ਨਹੀਂ, ਸੰਥਿਆ ਹੀ ਨਹੀਂ ਕਰਦੇ ਗੁਰਬਾਣੀ ਦੀ, ਤੇ ਫਿਰ ਅਸੀਂ ਕਿੰਨੇ ਅਬੇਸਲੇ ਹਾਂ। ਇਹ ਤਾਂ ਸਮਝੋ ਮੀਂਹ ਪੈ ਰਿਹਾ, ਬਾਲਟੀ ਮੁੱਧੀ ਕਰਕੇ ਬੈਠ ਰੱਖੀ ਹੋਈ ਹੈ, ਕੀ ਪਏਗਾ ਉਹ 'ਚ? ਜੇ ਮੀਂਹ ਪੈਂਦਿਆਂ ਵੀ ਬਾਲਟੀ ਖਾਲੀ ਰਹਿ ਗਈ ਤਾਂ ਫਿਰ ਸਾਡੀ ਸਮਝੋ ਅਵੇਸਲਾਪਣ ਹੈ, ਬੇਸਮਝੀ ਹੈ। ਗੁਰੂ ਕਿਰਪਾ ਕਰੇ ਗੁਰਬਾਣੀ ਸਾਡੇ ਹਿਰਦੇ 'ਚ ਵਸੇ। ਬਾਣੀ ਪੜ੍ਹੀਏ, ਬਾਣੀ ਸੁਣੀਏ, ਬਾਣੀ ਗਾਈਏ, ਬਾਣੀ ਧਿਆਈਏ, ਬਾਣੀ ਜਪੀਏ, ਬਾਣੀ ਸਮਝੀਏ। ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਵਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ।